ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤੈਂ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਧਰਮ ਕੈਸੇ ਹੋਈ, ਏਕ ਨਿਰੰਜੂ ਜਬੈ ਉਡਾਵੈ। चलिए तुम पीछे हम आवें, नर मह शक्त न कैसे हुई। एक निरंजन सबको जोई। वाहेगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਜੁਗਹੁ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਕੁਲ ਆਲਮ ਦੇ ਰਹਿਬਰ, ਸ਼ਬਦਾ ਅਵਤਾਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਧੰਨ ਦਸਮੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ, ਚੋਜੀ ਪ੍ਰੀਤਮ ਸਤਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ
ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਬਚਨ ਕੀਤਾ। ਜਦੋਂ ਭਾਈ ਨੇ ਕਿਹਾ ਸੀ ਨਾ ਮਹਾਰਾਜ ਬਹੁਤ ਜ਼ਿਆਦਾ ਸਮਾਂ ਹੋ ਗਿਆ, ਚਲੋ ਆਪਾਂ ਘਰੇ ਚਲੀਏ। ਮਹਾਰਾਜ ਜੀ ਨੇ ਕਿਹਾ ਨਹੀਂ ਭਾਈ, ਪਹਿਲੇ ਤੈਨੂੰ ਅੱਗੇ ਭੇਜਣਾ ਫਿਰ ਅਸੀਂ ਆਣਾ ਹੈ। ਭਾਈ ਮਰਦਾਨਾ ਕਹਿੰਦਾ ਨਹੀਂ ਮਹਾਰਾਜ, ਪਰਛਾਇਆ ਕਦੇ ਅੱਗੇ ਥੋੜੀ ਹੋ ਸਕਦਾ, ਉਹ ਤਾਂ ਜੋ ਜੀਵ ਹੈ ਉਹਦੇ ਮਗਰ ਲੱਗਦਾ। ਇਸ ਤਰ੍ਹਾਂ ਹੀ ਮਹਾਰਾਜ ਆਪ ਜੀ ਅੱਗੇ ਤੇ ਮੈਂ ਪਿੱਛੇ ਹੋਵਾਂਗਾ। ਮਹਾਰਾਜ ਜੀ ਨੇ ਕਿਹਾ ਮਰਦਾਨਿਆ, ਇਸ ਘਰ ਦੀ ਗੱਲ ਨਹੀਂ ਕਰ ਰਹੇ ਹਾਂ, ਅਸੀਂ ਸੱਚਖੰਡ ਦੀ ਗੱਲ ਕਰ ਰਹੇ ਹਾਂ। ਪਹਿਲੇ ਤੇਰਾ ਜਾਣਾ ਹੋਵੇਗਾ। ਮਹਾਰਾਜ ਜੀ ਨੇ ਕਹਿ ਦਿੱਤਾ 5 ਦਿਨ ਤੇਰੇ ਰਹਿ ਗਏ ਹਨ ਤੇ ਅੰਤਮ ਸਵਾਸ ਜੋ ਹੈ ਖੁਰਮ ਨਗਰ ਜਿਹੜਾ ਹੈ ਉੱਥੇ ਜੋ ਮੁਲਤਾਨ ਇਲਾਕੇ ਦੇ ਵਿੱਚ ਪਿਆਰਿਓ ਇਹ ਵੱਜਦਾ, ਉੱਥੇ ਇਹ ਇਲਾਕਾ ਹੈ ਖੁਰਮ ਸ਼ਹਿਰ। ਮਹਾਰਾਜ ਜੀ ਨੇ ਕਿਹਾ ਕਿ ਉੱਥੇ ਤੇਰਾ ਅੰਤਲਾ ਜਿਹੜਾ ਕਾਲ ਆਵੇਗਾ ਉੱਥੋਂ ਤੂਨੇ ਚਲਾਣਾ ਕਰਨਾ ਹੈ। ਤੇ ਸਤਿਗੁਰੂ ਮਹਾਰਾਜ ਫਿਰ ਖੁਰਮ ਸ਼ਹਿਰ ਦੇ ਵਿੱਚ ਜਦੋਂ ਆ ਗਏ, ਭਾਈ ਮਰਦਾਨੇ ਨੂੰ ਪੁੱਛਿਆ ਮਰਦਾਨਿਆ ਕੀ ਹਾਲ ਚਾਲ ਹੈ ਭਾਈ। ਜਿਸ ਤਰ੍ਹਾਂ ਆਪਾਂ ਖਾਲਸੇ ਦੇ ਪਿਆਰਿਓ ਇਹ ਬੋਲੇ ਹਨ ਕਿ ਭਾਈ ਖਾਲਸਾ ਜੀ ਚੜ੍ਹਦੀ ਕਲਾ, ਤੇ ਖਾਲਸਾ ਅੱਗੋਂ ਕਹਿੰਦਾ ਜੇ ਚੜ੍ਹਦੀ ਕਲਾ ਦੇ ਵਿੱਚ ਹੈ ਖਾਲਸਾ ਚੜ੍ਹਦਾ ਬੋਲ ਰਿਹਾ ਹੈ। ਇਸ ਤਰ੍ਹਾਂ ਹੀ ਭਾਈ ਮਰਦਾਨੇ ਨੇ ਕਿਹਾ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਹੈ, ਪੂਰਾ ਦਾਸ ਨੇ ਤਿਆਰੀ ਕਰਨੀ ਕੀਤੀ ਹੈ ਸੱਚਖੰਡ ਗਮਨ ਕਰਨ ਦੀ, ਸੱਚਖੰਡ ਨੂੰ ਜਾਣ ਦੀ। ਫਿਰ ਭਾਈ ਮਰਦਾਨੇ ਨੇ ਕਿਹਾ ਮਹਾਰਾਜ 9 ਦਮ ਜਿਹੜੇ ਹਨ ਮੇਰੇ ਬਾਕੀ ਹਨ। ਤੇ ਭਾਈ ਬਾਲੇ ਨੇ ਜਦੋਂ ਤਕਨਾ ਕੀਤਾ 9 ਦਮ 9 ਸਵਾਸ 9 ਪ੍ਰਾਣ ਜਿਹੜੇ ਉਹ ਭਾਈ ਮਰਦਾਨੇ ਨੇ ਲਏ। ਤੇ 10ਵੇਂ ਜਦੋਂ ਦਮ ਦੇ ਵਿੱਚ ਉਹਨਾਂ ਨੇ ਆਪਣਾ ਦਮ ਤਿਆਜ ਬੈਠੇ ਹੋਏ ਹਨ। ਸਤਿਗੁਰੂ ਮਹਾਰਾਜ ਜੀ ਦੀ ਗੋਦ ਦੇ ਵਿੱਚ ਭਾਈ ਮਰਦਾਨੇ ਦਾ ਸਿਰ ਹੈ। ਤੇ ਸਤਿਗੁਰੂ ਮਹਾਰਾਜ ਜੀ ਨੂੰ ਵੇਖਦੇ ਵੇਖਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਹਾਰਾਜ ਜੀ ਦੇ ਪਰਮ ਜੋਤੀ ਦੇ ਵਿੱਚ ਭਾਈ ਮਰਦਾਨੇ ਦੀ ਜੋਤੀ ਰਲ ਗਈ, ਸੰਪੂਰਨ ਹੋ ਗਿਆ। ਮਹਾਰਾਜ ਜੀ ਨੇ ਆਪ ਦਾਹ ਸੰਸਕਾਰ ਕਰਾਉਣਾ ਕੀਤਾ। ਉਹ ਤੋਂ ਬਾਅਦ ਇਥੋਂ ਪ੍ਰਕਰਨ ਬਦਲ ਰਿਹਾ ਹੈ। ਤੇ ਜੋਗੀ ਨਾਥ ਜੋਗੀ ਉਹਨਾਂ ਨੇ ਮਹਾਰਾਜ ਜੀ ਨੂੰ ਪ੍ਰਸ਼ਨ ਕੀਤੇ, ਬੇਨਤੀ ਕੀਤੀ। ਤੇ ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਚਲੋ ਆਪਾਂ ਅਚਲ ਚੱਲਣਾ ਕਰੀਏ। ਕਿਉਂਕਿ ਅੱਜ ਪਿਆਰਿਓ ਆਪਾਂ ਅਚਲ ਬੋਲੋ ਤਾਂ ਫਿਰ ਕਈ ਵਾਰੀ ਸਮਝ ਨਹੀਂ ਲੱਗਦੀ। ਅਚਲ ਬਟਾਲਾ ਜਿਹਨੂੰ ਬੋਲਦੇ ਆ, ਅਚਲ ਪਿਆਰਿਓ ਅਚਲ ਬਟਾਲਾ, ਬਟਾਲੇ ਤੋਂ ਥੋੜਾ ਇੱਕ 5-10 ਕਿਲੋਮੀਟਰ ਦੀ ਵਿੱਥ ਦੇ ਉੱਤੇ ਸ਼ਹਿਰ ਹੈ, ਕਸਬਾ ਪਿੰਡ ਹੈ, ਅਚਲ ਉਹਦਾ ਨਾਮ। ਮੰਦਰ ਦਾ ਪਿਆਰਿਓ ਨਾਮ ਵੀ ਅਚਲ ਹੈ, ਅਚਲੇਸ਼ਵਰ ਕਰਕੇ, ਤੇ ਨਾਲ ਬਹੁਤ ਪੁਰਾਣਾ ਉਹ ਮੰਦਰ ਹੈ। ਜੋਗੀਆਂ ਦਾ ਪਿਆਰਿਓ ਪੰਜਾਬ ਦੇ ਵਿੱਚ ਉਹ ਗੜ੍ਹ ਮੰਨਿਆ ਜਾਂਦਾ ਸੀ। ਤੇ ਸ਼ਿਵਰਾਤਰੀ ਦੇ ਵਿੱਚ ਬਹੁਤ ਤਗੜਾ ਉੱਥੇ ਮੇਲਾ ਲੱਗਦਾ। ਤੇ ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਸ਼ਿਵਰਾਤਰੀ ਦਾ ਮੇਲਾ ਆਇਆ, ਚਲੋ ਆਪਾਂ ਅਚਲ ਚੱਲਣਾ ਕਰੀਏ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸਿੱਧੋ ਦੱਸੋ ਭਾਈ ਕਿੰਨਾ ਕੁ ਦੂਰ ਹੈ। ਕਹਿੰਦੇ ਮਹਾਰਾਜ 600 ਮੀਲ 600 ਮੀਲ ਜਿਹਦਾ ਆਪਾਂ ਕਿਲੋਮੀਟਰ ਦੇ ਅਨੁਸਾਰ ਵੇਖੀਏ ਤੇ 900 ਤੋਂ 1000 ਕਿਲੋਮੀਟਰ ਦੀ ਇਹ ਪਿਆਰਿਓ ਵਿੱਥ ਬਣਦੀ ਹੈ, ਪੈਂਡਾ ਬਣਦਾ। ਮਹਾਰਾਜ ਜੀ ਨੂੰ ਕਹਿੰਦੇ ਕਿ 1000 ਕਿਲੋਮੀਟਰ ਦੇ ਲਗਭਗ ਹੈ। ਮਹਾਰਾਜ ਨੇ ਫਿਰ ਕਿਹਾ ਕਿ ਫਿਰ ਮੇਲਾ ਕਦੋਂ ਹੈ। ਸਿੱਧ ਕਹਿਣ ਲੱਗੇ ਮਹਾਰਾਜ ਕੱਲ ਮੇਲਾ ਭਰਨਾ, ਚਲੋ ਅਸੀਂ ਉਡਾਰੀ ਮਾਰ ਕਰਕੇ ਚੱਲਦੇ ਹਾਂ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਸਾਡੇ ਕੋਲ ਤਾਂ ਕੋਈ ਸ਼ਕਤੀ ਨਹੀਂ ਹੈ,
ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਹੁੰਦਾ ਤਾਣ ਜੋ ਰਹਿ ਨਿਤਾਣਾ, ਹੁੰਦਾ ਮਾਣ ਜੋ ਰਹਿ ਨਿਮਾਣਾ। ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦਾ ਆਪ ਸਦਾਏ, ਕੋ ਐਸਾ ਭਗਤ ਸਦਾਏ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ, ਇਹ ਤਾਂ ਭਗਤਾਂ ਦੀ ਨਿਸ਼ਾਨੀ ਹੁੰਦੀ ਹੈ, ਤੇ ਤਾਣ ਰਹਿ ਕਰਕੇ ਵੀ ਉਹ ਨਿਤਾਣੇ ਬਣ ਕੇ ਰਹਿੰਦੇ। ਮਹਾਰਾਜ ਜੀ ਨੇ ਕਿਹਾ, ਸਿੱਧੋ ਸਾਡੇ ਕੋਲ ਕਾਹਦੀ ਸ਼ਕਤੀ ਹੈ? ਤਾਂ ਸਿੱਧਾਂ ਨੇ ਕਿਹਾ, ਮਹਾਰਾਜ ਸੁਮੇਰ ਪਰਬਤ ਦੇ ਵਿੱਚ ਆਪ ਜੀ ਨੇ ਖੜਾਂ ਉਤਾਰ ਦਿੱਤੀ ਸੀ, ਬਹੁਤ ਵੱਡੀ ਉੱਥੇ ਸ਼ਕਤੀ ਕਰਾਮਾਤ ਨੂੰ ਦਿਖਾਇਆ। ਉਹ ਕਿੱਥੇ ਚੱਲ ਗਈ ਤੁਹਾਡੀ ਸ਼ਕਤੀ? ਮਹਾਰਾਜ ਜੀ ਨੇ ਕਿਹਾ, ਸਿੱਧੋ ਉਹ ਸ਼ਕਤੀ ਸਾਡੀ ਨਹੀਂ ਸੀ, ਉਹ ਪ੍ਰਮਾਤਮਾ ਦੀ ਸ਼ਕਤੀ ਸੀ। ਤੇ ਦੇਣ ਵਾਲਾ ਵੀ ਉਹੀ ਹੈ ਤੇ ਲੈਣ ਵਾਲਾ ਵੀ ਉਹੀ ਹੈ। ਇੰਜ ਸਤਿਗੁਰੂ ਮਹਾਰਾਜ ਜੀ ਨੇ ਕਿਹਾ। ਅਗੇ ਸਤਿਗੁਰੂ ਮਹਾਰਾਜ ਕੀ ਕੌਤਕ ਕਰਦੇ ਹਨ, ਆਓ ਪਿਆਰਿਓ ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਨਰ ਮਹਿ ਸ਼ਕਤ ਨ ਕੈਸੇ ਹੋਈ। ਸਤਿਗੁਰੂ ਮਹਾਰਾਜ ਜੀ ਨੇ ਸਿੱਧਾਂ ਨੂੰ ਬਚਨ ਕਰਨਾ ਕੀਤਾ। ਸਿੱਧਾਂ ਨੇ ਕਿਹਾ, ਨਾ ਮਹਾਰਾਜ ਤੁਹਾਡੇ ਕੋਲ ਕਿੰਨੀ ਜ਼ਿਆਦੀ ਸ਼ਕਤੀ ਸੀ। ਅਸਾਂ ਨੇ ਉਹ ਪ੍ਰਤੱਖ ਕਰਾਮਾਤ ਆਪ ਜੀ ਦੀ ਕਈ ਵਾਰੀ ਤੱਕਣਾ ਕੀਤਾ। ਜਿੱਥੇ ਤਿਲਗੰਜੀ ਸਾਹਿਬ ਹੈ ਉੱਥੇ ਵੀ ਵੇਖਿਆ, ਤੇ ਗੋਰਖ ਮਤਾ ਅਜੋਕਾ ਜਿਹੜਾ ਨਾਨਕ ਮਤਾ ਸਾਹਿਬ, ਸੁਮੇਰ ਪਰਬਤ ਆਦਿਕ ਕਈ ਥਾਵਾਂ ਤੇ ਸਤਿਗੁਰੂ ਮਹਾਰਾਜ ਆਪ ਜੀ ਦੀ ਸ਼ਕਤੀ ਨੂੰ ਅਸਾਂ ਨੇ ਪਰਖਣਾ ਕੀਤਾ। ਅੱਜ ਉਹ ਸ਼ਕਤੀ ਕਿੱਥੇ ਚੱਲ ਗਈ ਹੈ ਤੁਹਾਡੀ? ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਨਰ ਮਹਿ ਸ਼ਕਤ ਨਾ ਕੈਸੇ ਹੋਈ। ਕਿ ਭਾਈ ਆ ਜੋ ਮਨੁੱਖ ਜੋ ਹੈ, ਮਨੁੱਖ ਦੇ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ। ਇੱਕ ਤਾਂ ਭਾਈ ਉਹ ਪਰਮਾਤਮਾ ਦੀ ਸ਼ਕਤੀ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਸ਼ਕਤੀ ਵਰਤਦੀ ਹੈ। ਸੋਈ ਹਮਕੋ ਜਬ ਉਡਾਵੇ। ਹੁਣ ਤੁਸੀਂ ਕਹਿੰਦੇ ਨਾ, ਕਿਉਂਕਿ ਸਿੱਧਾਂ ਨੇ ਵੀ ਪਿਆਰਿਓ ਬਚਨ ਕੀਤਾ ਕਿ ਸਾਡੇ ਅੰਦਰ ਸ਼ਕਤੀ ਹੈ, ਸਾਡੇ ਅੰਦਰ ਕਰਾਮਾਤ ਹੈ, ਅਸੀਂ ਖੰਭ ਲਾ ਕਰਕੇ ਉੱਡ ਜਾਣਾ ਹੈ। ਮਹਾਰਾਜ ਜੀ ਨੇ ਕਿਹਾ, ਸਿੱਧੋ ਸਾਡੇ ਅੰਦਰ ਕੋਈ ਸ਼ਕਤੀ ਨਹੀਂ ਹੈ। ਤੇ ਜਦੋਂ ਪਰਮਾਤਮਾ ਸ਼ਕਤੀ ਦੇਵੇਗਾ, ਸੋਈ ਹਮਕੋ ਜਬੈ ਉਡਾਵੇ, ਉਹਨੇ ਜਦੋਂ ਸਾਨੂੰ ਉਡਾਉਣਾ ਹੈ। ਚਲਿਏ ਤੁਮ ਪੀਛੇ ਹਮ ਆਵੇ। ਕੋਈ ਗੱਲ ਨਹੀਂ ਹੈ ਸਿੱਧੋ, ਤੁਹਾਡੇ ਕੋਲ ਸ਼ਕਤੀ ਹੈ, ਤੁਸੀਂ ਉਡਾਰੀ ਮਾਰ ਕੇ ਚਲੋ। ਜੇ ਪ੍ਰਮਾਤਮਾ ਨੂੰ ਭਾਵੇਗਾ, ਜੇ ਪ੍ਰਮਾਤਮਾ ਸਾਨੂੰ ਉੱਥੇ ਲੈ ਕੇ ਜਾਵੇਗਾ, ਤੇ ਅਸੀਂ ਤੁਹਾਡੇ ਮਗਰ ਮਗਰ ਹੌਲੀ ਹੌਲੀ ਆਵਾਂਗੇ। ਸੁਨ ਸਿੱਧਨ ਸਭ ਲੀਨ ਉਡਾਰੀ। ਇਸ ਤਰ੍ਹਾਂ ਕਹਿ ਕਰਕੇ ਪਿਆਰਿਓ ਸਾਰੇ ਸਿੱਧਾਂ ਨੇ ਉਸੇ ਵੇਲੇ ਆਕਾਸ਼ ਮਾਰਗ ਦੇ ਵਿੱਚ ਉਡਾਰੀ ਮਾਰਨੀ ਕੀਤੀ ਹੈ। ਇਹ ਵੀ ਪਿਆਰਿਓ 9 ਨਿਧੀਆਂ 18 ਸਿੱਧੀਆਂ, ਇਹਦੇ ਵਿੱਚ ਵੀ ਇਹ ਵੀ ਇੱਕ ਸ਼ਕਤੀ ਹੁੰਦੀ ਹੈ ਕਿ ਬੰਦਾ ਜੋ ਹੈ ਉਹ ਉਡਾਰੀ ਮਾਰ ਕਰਕੇ, ਜਿਸ ਤਰ੍ਹਾਂ ਪੰਛੀ ਆਪ ਜੀ ਨੇ ਵੇਖਿਆ ਹੋਵੇਗਾ ਕਿਸ ਤਰ੍ਹਾਂ ਬੈਠੇ ਹੁੰਦੇ ਹਨ, ਇੱਕਦਮ ਖੰਭ ਲਾ ਕਰਕੇ ਉਡਾਰੀ ਮਾਰ ਕੇ ਚੱਲ ਜਾਂਦੇ। ਇਹ ਵੀ ਪਿਆਰਿਓ 9 ਨਿਧੀਆਂ 18 ਸਿੱਧੀਆਂ ਦੇ ਵਿੱਚ ਇਹ ਵੀ ਕਰਾਮਾਤ ਹੁੰਦੀ ਹੈ। ਉਹ ਕਰਾਮਾਤ ਦੇ ਤਹਿਤ ਸਿੱਧਾਂ ਨੇ ਖੰਭ ਲਾ ਕਰਕੇ ਉਡਾਰੀ ਮਾਰਨੀ ਕੀਤੀ। ਗਮਨੇ ਤੂਰਨ ਇੱਛਾਚਾਰੀ। ਇੱਛਾਚਾਰੀ, ਇਹਨਾਂ ਦੇ ਮਨ ਦੇ ਵਿੱਚ ਜਿਸ ਤਰ੍ਹਾਂ ਦੀ ਇੱਛਾ ਸੀ, ਤੁਰੰਤ ਇਹਨਾਂ ਨੇ ਗਮਨ ਕਰਨਾ ਕੀਤਾ। ਕਿਤਿਕ ਕਾਲ ਪੀਛੇ ਜਗਸਾਈ। ਇਹ ਤੋਂ ਬਾਅਦ ਕਿਤਕ ਕਾਲ, ਥੋੜਾ ਕੋ ਸਮਾਂ ਬਤੀਤ ਹੋਣ ਤੋਂ ਬਾਅਦ ਪਹੁੰਚੇ ਪੁਰਾ ਜਾਏ ਤਿਸ ਥਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਪੁਰੇ ਉਹ ਨਗਰ ਦੇ ਵਿੱਚ ਜਾ ਕਰਕੇ ਪਹੁੰਚ ਗਏ। ਉੱਚੇ ਥਲ ਇੱਕ ਅਚਲ ਮਝਾਰੀ। ਅਚਲ, ਇਹ ਸ਼ਹਿਰ ਦੇ ਵਿੱਚ ਇੱਕ ਉੱਚਾ ਜਿਹੜਾ ਟਿੱਬਾ ਜਿਹੜਾ ਸੀ, ਉੱਚਾ ਅਸਥਾਨ, ਉੱਥੇ ਸਤਿਗੁਰੂ ਮਹਾਰਾਜ ਕਹਿ ਪਰ ਬੈਠ ਸੁਹਾਵਤ ਭਾਰੀ। ਸਤਿਗੁਰੂ ਮਹਾਰਾਜ ਉਹਦੇ ਉੱਤੇ ਜਾ ਕਰਕੇ ਬੈਠ ਗਏ। ਕਿਉਂਕਿ ਪਿਆਰਿਓ
ਜੇ ਉਡਾਰੀ ਵੀ ਮਾਰ ਕੇ ਜਾਓਗੇ ਤਾਂ ਵੀ ਪਿਆਰਿਓ ਸਮਾਂ ਜਿਹੜਾ ਲੱਗ ਜਾਂਦਾ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਇੱਕਦਮ ਜਿਸ ਤਰ੍ਹਾਂ ਕਿ ਇੱਥੋਂ ਅਲੋਪ ਹੋ ਕਰਕੇ, ਇੱਥੋਂ ਗਾਇਬ ਹੋ ਕਰਕੇ ਦੂਜੇ ਪਾਸੇ ਪ੍ਰਗਟ ਹੋ ਜਾਣਾ, ਇਸ ਤਰ੍ਹਾਂ ਮਹਾਰਾਜ ਇੱਥੋਂ ਅਲੋਪ ਹੋ ਗਏ ਤੇ ਸਿੱਧਾ ਅਚਲ ਬਟਾਲੇ ਸਤਿਗੁਰੂ ਮਹਾਰਾਜ ਪਹੁੰਚ ਗਏ ਹਨ। ਤੇ ਇਹ ਜਿਹੜੇ ਦਾਵਾ ਕਰਦੇ ਸੀ ਨਾ ਮਹਾਰਾਜ ਚਲੋ ਖੰਭ ਲਾਓ ਉਡਾਰੀ ਮਾਰੋ, ਮਹਾਰਾਜ ਜੀ ਨੇ ਨਿਮਰਤਾ ਵਿੱਚ ਕਹਿ ਦਿੱਤਾ ਕਿ ਭਾਈ ਸਾਡੇ ਅੰਦਰ ਸ਼ਕਤੀ ਨਹੀਂ ਹੈ। ਉਹ ਉਡਾਰੀ ਮਾਰ ਕਰਕੇ ਜਦੋਂ ਤੱਕ ਪਹੁੰਚਦੇ, ਉਹਨਾਂ ਤੋਂ ਕਈ ਘੰਟਿਆਂ ਪਹਿਲੇ, ਬਹੁਤ ਲੰਬਾ ਸਮਾਂ ਪਹਿਲੇ ਸਤਿਗੁਰੂ ਮਹਾਰਾਜ ਅਚਲ ਸਾਹਿਬ ਪਹੁੰਚ ਗਏ। ਪੀਛੇ ਸਿੱਧ ਤਹਾਂ ਸਭ ਆਏ, ਤੇ ਪਿੱਛੇ ਮਹਾਰਾਜ ਜੀ ਦੇ ਉਡਾਰੀ ਮਾਰ ਕਰਕੇ ਸਿੱਧ ਉੱਥੇ ਜਦੋਂ ਪਹੁੰਚਦੇ ਹਨ, ਦੇਖ ਆਦੇਸ਼ ਆਦੇਸ਼ ਅਲਾਏ, ਵੇਖ ਕਰਕੇ ਪਿਆਰਿਓ ਇਹਨਾਂ ਦਾ ਟਿਕਾਣਾ ਨਹੀਂ ਰਿਹਾ, ਦੰਗ ਹੋ ਗਏ। ਮਤ ਜਿਹੜੀ ਹੈ ਇੱਕਦਮ ਵਿਸਮਿਤ ਹੋ ਗਈ ਹੈ। ਕਹਿੰਦੇ ਮਹਾਰਾਜ ਤੁਹਾਨੂੰ ਆਦੇਸ਼, ਤੁਹਾਨੂੰ ਨਮਸਕਾਰ ਹੈ। ਦੋਹਰਾ ਕਹਿਓ ਕਿ ਇਸ਼ਟੇ ਤੂੰ ਬੜਾ ਟਾਮਨ ਕਰਤ ਬਨਾਏ, ਤੇ ਸਤਿਗੁਰੂ ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਮਹਾਰਾਜ ਤੁਸੀਂ ਤਾਂ ਬਹੁਤ ਵੱਡੇ ਇਸ਼ਟੀ ਹੋ। ਇਸ਼ਟੀ ਦਾ ਭਾਵ ਕਿ ਤੁਹਾਡਾ ਇਸ਼ਟ, ਤੁਹਾਡਾ ਪਰਮਾਤਮਾ, ਤੁਹਾਡਾ ਜੋ ਜਿਹਦੀ ਤੁਸੀਂ ਪੂਜਾ ਕਰਦੇ ਹੋ ਉਹ ਇਸ਼ਟ ਜਿਹੜਾ ਬਹੁਤ ਵੱਡਾ ਹੈ। ਤੁਹਾਡੇ ਇਸ਼ਟ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ। ਤਾਂ ਕਰਕੇ ਮਹਾਰਾਜ ਅਸੀਂ ਇੰਨਾ ਉਡਾਰੀ ਮਾਰ ਮਾਰ ਕੇ ਥੱਕ ਗਏ, ਸਾਨੂੰ ਤਾਂ ਲੱਗਿਆ ਤੁਸੀਂ ਕਿੱਥੇ ਆਣਾ ਇੰਨਾ ਲੰਬਾ ਸਮਾਂ ਪੈਂਡਾ ਤੈਅ ਕਰਕੇ, ਲੇਕਿਨ ਆਪ ਜੀ ਇੰਨੇ ਛੇਤੀ ਆਪ ਜੀ ਪਹੁੰਚ ਗਏ ਹੋ। ਲੱਗਦਾ ਮਹਾਰਾਜ ਤੁਹਾਡਾ ਜੋ ਵਲੀ ਹੈ, ਤੁਹਾਡਾ ਗੁਰੂ ਪਰਮਾਤਮਾ, ਉਹਦੇ ਅੰਦਰ ਬਹੁਤ ਜ਼ਿਆਦਾ ਤਾਕਤ ਹੈ। ਜਾਂ ਪਿਆਰਿਓ ਇਸ਼ਟੀ ਦਾ ਵਿਦਵਾਨਾਂ ਨੇ ਇਹ ਵੀ ਅਰਥ ਕਰਨਾ ਕੀਤਾ ਕਿ ਜਿਸ ਤਰ੍ਹਾਂ ਕੋਈ ਮਜ਼ਾਕੀਆ ਹੁੰਦਾ ਨਾ, ਮਜ਼ਾਕ ਕਰਦਾ, ਕਈ ਵਾਰੀ ਕੀ ਕਰਦੇ ਹਨ ਮਜ਼ਾਕ ਕਰਨ ਵਾਲੇ, ਮਜ਼ਾਕ ਕਰ ਦਿੰਦੇ ਤੇ ਫਿਰ ਉਹ ਕੰਮ ਵੀ ਕਰ ਜਾਂਦੇ ਹਨ। ਇਹ ਇੱਕ ਰਮਜ ਹੁੰਦੀ ਹੈ। ਕਈ ਵਾਰੀ ਕਹਿਣਾ ਆਪਾਂ ਕਿ ਉਹ ਪੂਰਾ ਹੁਨਰ ਹੁੰਦਾ, ਪੂਰਾ ਉਹ ਕੰਮ ਦੀ ਉਹਨੂੰ ਜਾਚ ਹੁੰਦੀ ਹੈ, ਫਿਰ ਵੀ ਉਹ ਕਹਿ ਦਿੰਦਾ ਮਜ਼ਾਕ ਦੇ ਤੌਰ ਤੇ ਕਿ ਭਾਈ ਮੈਨੂੰ ਤਾਂ ਇਹ ਕੰਮ ਹੀ ਨਹੀਂ ਆਉਂਦਾ। ਫਿਰ ਜਦੋਂ ਤੁਰੰਤ ਉਹ ਕੰਮ ਕਰਕੇ ਦਿਖਾ ਦਿੰਦਾ ਤੇ ਆਪਾਂ ਕਹਿੰਦੇ ਕਿ ਭਾਈ ਤੂੰ ਤਾਂ ਬੜਾ ਮਜ਼ਾਕੀਆ ਹੈ, ਤੂਨੇ ਤਾਂ ਕਹਿ ਦਿੱਤਾ ਭਾਈ ਇਹ ਕੰਮ ਤੇਰੇ ਨਹੀਂ ਆਉਂਦਾ, ਫਿਰ ਇਹ ਤਾਂ ਕੰਮ ਕਿਉਂ ਕੀਤਾ ਤੂਨੇ, ਕਿਸ ਤਰ੍ਹਾਂ ਕੀਤਾ ਹੈ। ਇਹ ਪੁੱਛਦੇ ਹਨ ਮਹਾਰਾਜ ਜੀ ਨੂੰ, ਮਹਾਰਾਜ ਤੁਸੀਂ ਤਾਂ ਬੜੇ ਇਸ਼ਟੀ ਹੋ, ਬੜੇ ਚੇਟਕੀ ਹੋ, ਤੁਸੀਂ ਤਾਂ ਉੱਥੇ ਬਚਨ ਕਰਨਾ ਕੀਤਾ ਕਿ ਭਾਈ ਸਾਡੇ ਕੋਲ ਤਾਂ ਸ਼ਕਤੀ ਨਹੀਂ ਹੈ, ਚਲੋ ਸਿੱਧੋ ਉਡਾਰੀ ਮਾਰ ਕੇ ਜਾਓ, ਵੇਖਾਂਗੇ ਕਿਸ ਤਰ੍ਹਾਂ ਸਾਨੂੰ ਰੱਬ ਭੇਜਦਾ, ਮਗਰ ਮਗਰ ਆਵਾਂਗੇ। ਮਗਰ ਤਾਂ ਕੀ ਆਣਾ ਮਹਾਰਾਜ, ਸਾਡੇ ਨਾਲ ਚੰਗਾ ਮਜ਼ਾਕ ਕਰਨਾ ਕੀਤਾ ਤੇ ਅਸੀਂ ਪਹੁੰਚਣ ਤੋਂ ਬਹੁਤ ਲੰਬਾ ਸਮਾਂ ਪਹਿਲੇ ਆਪ ਜੀ ਪਹੁੰਚ ਗਏ ਹੋ। ਆਪ ਜੀ ਨੇ ਸਾਡੇ ਨਾਲ ਮਜ਼ਾਕ ਕਰਨਾ ਕੀਤਾ ਹੈ, ਸਾਡੇ ਨਾਲ ਚੇਟਕ ਕਰਨਾ ਕੀਤਾ। ਉਹ ਤੋਂ ਪਿਛੇਰੇ ਸਭਨ ਤੇ ਪੂਰਬ ਪਹੁੰਚੇ ਜਾ, ਸਭ ਤੋਂ ਪਿੱਛੇ ਸੀ ਸਤਿਗੁਰੂ ਮਹਾਰਾਜ। ਜਦੋਂ ਉਡਾਰੀ ਮਾਰ ਕੇ ਵੀ ਅਸੀਂ ਪਿੱਛੇ ਤੱਕਦੇ ਸੀ, ਭੌਂ ਭੌਂ ਕਰਕੇ ਵੇਖਦੇ ਸਨ ਕਿ ਮਹਾਰਾਜ ਤੁਸੀਂ ਆ ਰਹੇ ਕਿ ਨਹੀਂ ਆ ਰਹੇ, ਲੇਕਿਨ ਸਾਨੂੰ ਤਾਂ ਲੱਗਿਆ ਕਿ ਤੁਸੀਂ ਇੱਥੇ ਹੀ ਰਹਿ ਜਾਣਾ। ਜੇ ਆਪ ਜੀ ਪਹੁੰਚੋਗੇ ਵੀ ਤਾਂ 1-2 ਮਹੀਨੇ ਲੱਗ ਜਾਣਗੇ। 1000 ਕਿਲੋਮੀਟਰ ਪੈਂਡਾ ਤੈਅ ਕਰਨਾ ਘੱਟ ਤੋਂ ਘੱਟ ਤਾਂ ਪਿਆਰਿਓ ਮਹੀਨਾ 2 ਮਹੀਨਾ ਤਾਂ ਸਮਾਂ ਲੱਗ ਹੀ ਜਾਂਦਾ ਹੈ ਪੈਦਲ ਜੇ ਆਪਾਂ ਤੁਰਦੇ ਹਾਂ। ਇਹਨਾਂ ਨੇ ਕਿਹਾ ਇੰਨਾ ਸਮਾਂ ਲੱਗ ਜਾਵੇਗਾ, ਲੇਕਿਨ ਇੱਥੇ ਆ ਕਰਕੇ ਕੀ ਤੱਕਦੇ, ਸਭ ਤੋਂ ਪਹਿਲੇ ਸਾਡੇ ਤੋਂ ਆਪ ਜੀ ਪਹੁੰਚ ਚੁੱਕੇ ਹੋ। ਚੌਪਈ ਇਸ਼ਟ ਹਮਾਰਾ ਏਕੰਕਾਰ, ਜਦੋਂ ਇਹਨਾਂ ਨੇ ਕਿਹਾ ਨਾ ਮਹਾਰਾਜ ਤੁਸੀਂ ਬਹੁਤ ਵੱਡੇ ਇਸ਼ਟੀ ਹੋ, ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸਿੱਧੋ ਸਾਡਾ ਇਸ਼ਟ ਜਿਹੜਾ ਹੈ ਇੱਕ ਓੰਕਾਰ, ਇੱਕ ਪਰਮਾਤਮਾ ਜੋ ਹੈ ਉਹ ਸਾਡਾ ਇਸ਼ਟ ਹੈ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਬਚਨ ਕੀਤਾ ਨਾ, ਪੂਜਾ ਅਕਾਲ ਕੀ, ਜੋ ਅਕਾਲ ਹੈ ਇੱਕ ਓੰਕਾਰ ਹੈ, ਉਹਦੀ ਪੂਜਾ ਕਰਨੀ ਚਾਹੀਦੀ ਹੈ। ਕਦੇ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਕਿ ਭਾਈ ਤੇ ਸਾਡੀ ਪੂਜਾ ਕਰਨਾ ਕਰੋ, ਸਾਨੂੰ ਮਨਾਉਣਾ ਕਰੋ। ਪੂਜਾ ਪ੍ਰਮਾਤਮਾ ਦੀ ਕਰਨੀ ਹੈ। ਪਰਚਾ ਜਦੋਂ ਵੀ ਮਨ ਨੂੰ ਪਰਿਚੈ ਦੇਣਾ ਹੈ, ਪ੍ਰਮਾਤਮਾ ਦਾ ਪਰਿਚੈ ਦੇਣਾ, ਸ਼ਬਦ ਦਾ, ਗੁਰ ਸ਼ਬਦ ਦਾ ਪਰਿਚੈ ਦੇਣਾ। ਗੁਰ ਸ਼ਬਦ ਦੇ ਨਾਲ, ਗੁਰ ਸ਼ਬਦ ਦੀ ਇਹ ਮਨ ਹੋੜੀ ਹੈ, ਗੁਰੂ ਕੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਸੁਧਾਰਨਾ ਹੈ। ਜੇ ਦੀਦਾਰ ਕਰਨਾ ਨਾ, ਕਈ ਵਾਰੀ ਆਪਾਂ ਕਹਿੰਦੇ ਨਾ ਭਾਈ ਅਸੀਂ ਰੱਬ ਦੇ ਦੀਦਾਰ ਕਰਨੇ ਆ, ਅਸੀਂ ਗੁਰਾਂ ਦੇ ਦੀਦਾਰ ਕਰਨੇ ਆ, ਤੇ ਮਹਾਰਾਜ ਜੀ ਨੇ ਕਿਹਾ ਕਿ ਖਾਲਸਾ ਜੀ
ਜੇ ਸਾਡੇ ਦੀਦਾਰ ਕਰਨੇ ਤੇ ਸਾਡੇ 3 ਰੂਪ ਹਨ। 3 ਰੂਪ ਹੈ ਮੋਹੇ ਕੋ ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੋ ਤੋਹੇ ਸਮਝਾਏ। ਨਿਰਗੁਣ ਰੂਪ ਏਕ ਰੂਪ ਸਭ ਹੂੰ ਤੇ ਪਰੇ, ਨੇਤ ਨੇਤ ਜਹ ਨਿਗਮ ਉਚ ਰਹਿ। ਤੇ ਦੂਸਰ ਰੂਪ ਗੁਰਸਿੱਖ ਹੈ ਮੋਰ, ਗੁਰ ਬਾਣੀ ਰਤ ਜਹ ਨਿਸਭ ਹੋਰ। ਤੀਸਰ ਰੂਪ ਗ੍ਰੰਥ ਦੀ ਜਾਨ, ਇਨ ਮੈਂ ਭੇਦ ਨਹੀਂ ਕਸ਼ਮਾਨ। ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਨੂੰ ਬਚਨ ਕਰਨਾ ਕੀਤਾ। ਮਹਾਰਾਜ ਜੀ ਨੇ ਕਿਹਾ, ਇੱਕ ਤਾਂ ਨਿਰਗੁਣ ਪਰਮਾਤਮਾ ਜੋ ਸਾਰੇ ਜ਼ਰਰੇ ਜ਼ਰਰੇ ਦੇ ਵਿੱਚ ਵਿਆਪਕ ਹੈ, ਉਹ ਸਾਡਾ ਰੂਪ ਹੈ। ਦੂਜਾ ਰੂਪ ਗੁਰੂ ਕਾ ਸਿੱਖ ਜੋ ਹੈ, ਇਹ ਵੀ ਸਾਡਾ ਰੂਪ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਸਤਿਗੁਰੂ ਮਹਾਰਾਜ ਆਪਣੇ ਸਿੱਖਾਂ ਦੇ ਅੰਦਰ ਵਰਤਦੇ ਹਨ। ਤੇ ਤੀਸਰ ਰੂਪ ਗ੍ਰੰਥ ਦੀ ਜਾਨ, ਤੇ ਤੀਸਰਾ ਰੂਪ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਖਾਲਸੇ ਨੇ ਕਿਸੇ ਸਿੰਘ ਨੇ ਬਚਨ ਕੀਤਾ, ਪ੍ਰਸ਼ਨ ਕੀਤਾ। ਮਹਾਰਾਜ ਜੀ ਆਪ ਜੀ ਕਹਿੰਦੇ ਹੋ ਕਿ ਨਿਤ ਭਾਈ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ, ਲੇਕਿਨ ਜਿਹੜੇ ਆਪ ਜੀ ਦੇ ਹਜੂਰੀਏ ਸਿੰਘ ਹਨ, ਹਜੂਰੀ ਵਿੱਚ ਰਹਿਣ ਵਾਲੇ, ਉਹ ਤਾਂ ਨਿਤ ਆਪ ਜੀ ਦੇ ਦਰਸ਼ਨ ਕਰਦੇ, ਠੀਕ ਹੈ, ਲੇਕਿਨ ਜਿਹੜੇ ਦੂਰ ਰਹਿੰਦੇ ਉਹ ਕਿਸ ਤਰ੍ਹਾਂ ਆਪ ਜੀ ਦੇ ਦਰਸ਼ਨ ਕਰਨ? ਤਾਂ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਜਦੋਂ ਗੁਰਬਾਣੀ ਦਾ ਜਾਪ ਕਰਦੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰੋ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋ ਜਾਣਗੇ। ਫਿਰ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਨਾ ਹੋਵੇ ਤਾਂ ਕੀ ਕਰਨਾ ਕਰੀਏ? ਤਾਂ ਮਹਾਰਾਜ ਜੀ ਨੇ ਕਿਹਾ, ਸਿੱਖ ਪੰਜਨ ਮੈਂ ਮੇਰੋ ਵਾਸਾ। ਤੇ 5 ਜਿਹੜੇ ਚੜ੍ਹਦੀ ਕਲਾ ਵਾਲੇ, ਇਹ ਨਹੀਂ ਕਿ ਭਾਈ ਢਹਿੰਦੀ ਕਲਾ ਵਾਲੇ ਨਹੀਂ, ਚੜ੍ਹਦੀ ਕਲਾ ਵਾਲੇ ਜਿਹੜੇ 5, ਕੋਈ ਵੀ ਗੁਰੂ ਕਾ ਪਿਆਰਾ, ਕੋਈ ਵੀ ਗੁਰੂ ਕਾ ਸਿੱਖ ਜੋ ਬਾਣੀ ਬਾਣੇ ਦਾ ਧਾਰਨੀ ਹੈ, ਉਹਨਾਂ ਦੇ ਵਿੱਚੋਂ ਸਾਡੇ ਦਰਸ਼ਨ ਹੋ ਜਾਣਗੇ। ਤੇ ਫਿਰ ਸਿੰਘ ਨੇ ਬੇਨਤੀ ਕੀਤੀ, ਠੀਕ ਹੈ ਮਹਾਰਾਜ, ਜੇ 5 ਸਿੰਘ ਨਾ ਹੋਣ ਤਾਂ ਕੀ ਕੀਤਾ ਜਾਵੇ? ਤਾਂ ਮਹਾਰਾਜ ਜੀ ਨੇ ਕਿਹਾ, ਤਾਂ ਫਿਰ ਸਿੱਖੋ ਇੱਕ ਕੰਮ ਕਰਨਾ ਕਰੋ, ਅੰਮ੍ਰਿਤ ਵੇਲੇ ਜਦੋਂ ਉੱਠਦੇ, ਉੱਠ ਕਰਕੇ ਇਸ਼ਨਾਨ ਪਾਨ ਕਰਕੇ ਤੇ ਗੁਰਬਾਣੀ ਦਾ ਜਾਪ ਕਰਨਾ ਕਰੋ, ਸਿਮਰਨ ਕਰਨਾ ਕਰੋ। ਸਿਮਰਨ ਕਰਕੇ ਕਿਸੇ ਆਇਨੇ ਸ਼ੀਸ਼ੇ ਦੇ ਅੱਗੇ ਜਾਓ, ਅੱਗੇ ਜਾ ਕਰਕੇ ਆਪਣੇ ਦਰਸ਼ਨ ਕਰ ਲਿਓ, ਤੁਹਾਨੂੰ ਤੁਹਾਡੇ ਦਰਸ਼ਨਾਂ ਦੇ ਵਿੱਚੋਂ ਗੁਰੂ ਦੇ ਦਰਸ਼ਨ ਹੋ ਜਾਣਗੇ। ਮਹਾਰਾਜ ਜੀ ਨੇ ਬਹੁਤ ਵੱਡੀ ਵਡਿਆਈ ਪਿਆਰਿਓ ਖਾਲਸੇ ਨੂੰ ਦਿੱਤੀ ਹੈ। ਤੇ ਇੱਥੇ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਇਸ਼ਟ। ਇਸ਼ਟ ਜਿਹੜਾ ਖਾਲਸੇ ਦਾ ਇਸ਼ਟ ਕੌਣ ਹੈ? ਕੋਈ ਵੀ ਜੇ ਪੁੱਛੇ ਕਿ ਖਾਲਸਾ ਜੀ ਤੁਹਾਡਾ ਇਸ਼ਟ ਕੌਣ ਹੈ, ਤੇ ਸਾਡਾ ਇਸ਼ਟ ਹੈ ਅਕਾਲ ਪੁਰਖ ਪਰਮਾਤਮਾ, ਇੱਕ ਓੰਕਾਰ, ਇਹ ਸਾਡਾ ਇਸ਼ਟ ਹੈ ਜੋ ਪਰਮਾਤਮਾ। ਪਰਚੈ ਜਿਹੜਾ ਸ਼ਬਦ ਦੇ ਨਾਲ ਦੀਦਾਰ ਖਾਲਸੇ ਦਾ ਕਰਨਾ ਹੈ। ਜੇ ਪਿਆਰਿਓ ਅਨਮਤੀਆਂ ਦੇ ਵਿੱਚ ਆਪਾਂ ਵੇਖਦੇ ਹਾਂ, ਹਿੰਦੂਆਂ ਦੇ ਵਿੱਚ ਜ਼ਿਆਦਾ ਕਰਕੇ, ਤਾਂ ਉਹਨਾਂ ਨੂੰ ਪੁੱਛੋ ਤੁਹਾਡਾ ਕੌਣ ਇਸ਼ਟ ਹੈ? ਕੋਈ ਕਹਿੰਦਾ ਜੀ ਗਣਪਤੀ ਬਾਬਾ ਇਹ ਸਾਡਾ ਇਸ਼ਟ ਹੈ, ਤੇ ਕੋਈ ਕਹਿੰਦਾ ਜੀ ਲక్ష్ਮੀ ਜਿਹੜੀ ਹੈ ਉਹ ਸਾਡੀ ਇਸ਼ਟ ਹੈ। ਕੋਈ ਸ਼ਿਵ ਨੂੰ ਆਪਣਾ ਇਸ਼ਟ ਮੰਨਦਾ, ਕੋਈ ਬ੍ਰਹਮਾ ਨੂੰ, ਕੋਈ ਵਿਸ਼ਨੂੰ ਨੂੰ, ਕੋਈ ਇੰਦਰ ਨੂੰ, ਕੋਈ ਫਲਾਣੇ ਮੂਰਤੀ ਨੂੰ, ਕੋਈ ਫਲਾਣੇ ਪੱਥਰ ਨੂੰ ਆਪਣਾ ਇਸ਼ਟ ਮੰਨਦਾ। ਲੇਕਿਨ ਪਿਆਰਿਓ ਹੋ ਸਕਦਾ ਕਹਿੰਦੇ ਅਸੀਂ ਹਿੰਦੂ ਹਾਂ, ਹਿੰਦੂ ਸਾਡਾ ਧਰਮ ਹੈ, ਉਹਨਾਂ ਦੇ ਇਸ਼ਟ ਵੱਖਰੇ ਵੱਖਰੇ, ਕੋਈ ਅਗਨੀ ਨੂੰ ਇਸ਼ਟ ਮੰਨਦਾ ਹੈ, ਤੇ ਕੋਈ ਸੂਰਜ ਨੂੰ ਇਸ਼ਟ ਮੰਨਦਾ, ਕੋਈ ਪੌਣ ਨੂੰ ਇਸ਼ਟ ਮੰਨਦਾ। ਲੇਕਿਨ ਸਿੱਖਾਂ ਦੇ ਵਿੱਚ ਪਿਆਰਿਓ ਕੋਈ ਵਿਤਕਰਾ ਨਹੀਂ ਹੈ। ਭਾਵੇਂ ਕੋਈ ਵੀ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ, ਉਹਨੂੰ ਪੁੱਛੋ ਤੁਹਾਡਾ ਇਸ਼ਟ ਕੌਣ ਹੈ, ਤੇ ਉਹ ਇਹੀ ਬੋਲੇਗਾ ਕਿ ਇੱਕ ਓੰਕਾਰ, ਇੱਕ ਜੋ ਪਰਮਾਤਮਾ, ਇਹੀ ਪਿਆਰਿਓ ਸਾਡਾ ਇਸ਼ਟ ਹੈ। ਸਤਿਗੁਰੂ ਮਹਾਰਾਜ ਜੀ ਨੇ ਆਪ ਕਹਿ ਦਿੱਤਾ ਕਿ ਸਾਡਾ ਇਸ਼ਟ ਇੱਕ ਓੰਕਾਰ ਹਮਾਰਾ ਇਸ਼ਟ, ਕਿ ਇੱਕ ਓੰਕਾਰ ਹੀ ਸਾਡਾ ਇਸ਼ਟ ਹੈ। ਗੁਰ ਕੇ ਸ਼ਬਦ ਕਰਿਓ ਨਿਸਤਾਰਾ, ਤੇ ਗੁਰੂ ਕੇ ਸ਼ਬਦ ਦੇ ਨਾਲ ਜੀਵ ਦਾ ਨਿਸਤਾਰਾ ਹੁੰਦਾ। ਇੱਥੇ ਪਹਿਲਾ ਤਾਂ ਬਚਨ ਆਇਆ ਪੂਜਾ ਅਕਾਲ ਕੀ, ਇਸ਼ਟ ਹਮਾਰਾ ਏਕ ਓੰਕਾਰ, ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਧ ਹੋ ਗਿਆ। ਤੇ ਪਰਜਾ ਸ਼ਬਦ ਕਾ ਜਿਹੜਾ ਹੈ ਜੋ ਬਚਨ ਕੀਤਾ ਨਾ, ਗੁਰ ਕਾ ਸ਼ਬਦ ਕਰਿਓ ਨਿਸਤਾਰਾ, ਤੇ ਗੁਰੂ ਕਾ ਸ਼ਬਦ ਜਿਹੜਾ ਹੈ ਇਹਦੇ ਨਾਲ ਜੀਵ ਦਾ ਨਿਸਤਾਰਾ ਹੁੰਦਾ। ਸ਼ੰਭੂਨਾਥ ਹੈ ਦੁਰਮਤ ਭੀਨਾ, ਸਤਿਗੁਰੂ ਮਹਾਰਾਜ ਨੂੰ ਸ਼ੰਭੂਨਾਥ ਨੇ ਪੁੱਛਿਆ ਨਾ, ਜੋਗੀ ਨੇ, ਮਹਾਰਾਜ ਨੇ ਕਿਹਾ ਕਿ ਸ਼ੰਭੂਨਾਥ
ਤੂੰ ਦੁਰਮਤ ਦੇ ਵਿੱਚ ਭਿੱਜਿਆ ਹੋਇਆ ਹੈ ਭਾਈ। ਬਿਨ ਕਰਤਾਰ ਆਨ ਮਤ ਲੀਨ। ਤੂੰ ਨੇ ਕਰਤਾਰ ਪਰਮਾਤਮਾ ਨੂੰ ਛੱਡ ਕਰਕੇ ਦੂਜਿਆਂ ਦੀ ਮਤ ਨੂੰ ਧਾਰਨ ਕਰਨਾ ਕੀਤਾ। ਤੇ ਜਦੋਂ ਤੱਕ ਪਿਆਰਿਓ ਦਵੈਤ ਦੇ ਵਿੱਚ ਰਵਾਂਗੇ, ਕੋਈ ਇਹਦੇ ਕੋਲ ਕੋਈ ਉਹਦੇ ਕੋਲ, ਲੇਕਿਨ ਖਾਲਸਾ ਪਿਆਰਿਓ ਇੱਕ ਅਕਾਲ ਪੁਰਖ ਦਾ ਹੈ। ਮਹਾਰਾਜ ਜੀ ਨੇ ਕਿਹਾ ਨਾ, ਆਪਨ ਪਾ ਗੁਰ ਖਾਲਸੇ ਸੌਂਪਾ, ਦੁਤੀਏ ਰੂਪ ਸ੍ਰੀ ਗੁਰੂ ਗ੍ਰੰਥਾ। ਮਹਾਰਾਜ ਜੀ ਨੇ ਆਪਣਾ ਸਭ ਕੁਝ ਖਾਲਸੇ ਨੂੰ ਦੇ ਦਿੱਤਾ ਤੇ ਖਾਲਸਾ ਅਕਾਲ ਪੁਰਖ ਕੀ ਫੌਜ, ਅਕਾਲ ਪੁਰਖ ਦੀ ਫੌਜ ਹੈ। ਇਸ ਕਰਕੇ ਪਿਆਰਿਓ ਤੇ ਸਾਡਾ ਕਦੇ ਵੀ ਕਈ ਵਾਰੀ ਕਈ ਕੀ ਕਰਦੇ ਹਨ, ਆਪਾਂ ਅਕਸਰ ਵੇਖਦੇ ਹਾਂ ਪਿਆਰਿਓ, ਜ਼ਿਆਦਾਤਰ ਤਾਂ ਨਹੀਂ ਲੇਕਿਨ ਫਿਰ ਵੀ ਬਹੁਤ ਵਾਰੀ ਵੇਖਣ ਨੂੰ ਮਿਲਦਾ, ਕਈ ਕੀ ਕਰਦੇ ਹੈ ਗੁਰੂ ਕੇ ਸਿੱਖ ਤੇ ਕਹਿੰਦੇ ਜੀ ਫਲਾਣਾ ਜਿਹੜੀ ਉਹ ਦੇਵੀ ਹੈ ਨਾ, ਉਹ ਸਾਡੀ ਕੁਲ ਦੇਵੀ ਹੈ। ਕੋਈ ਕਹਿੰਦਾ ਜੀ ਫਲਾਣਾ ਸਾਡਾ ਕੁਲ ਦੇਵਤਾ ਹੈ, ਕੋਈ ਇਹਦੇ ਕੋਲ ਜਾਂਦਾ, ਕੋਈ ਉਹਦੇ ਕੋਲ ਜਾਂਦਾ। ਨਹੀਂ ਪਿਆਰਿਓ, ਸਾਡਾ ਇਸ਼ਟ ਸਿਰਫ ਪਰਮਾਤਮਾ ਗੁਰੂ ਘਰ ਹੀ ਸਾਡਾ ਹੈ। ਕਈ ਵਾਰੀ ਪਿਆਰਿਓ ਬਹੁਤ ਸ਼ਰਮ ਵੀ ਮਹਿਸੂਸ ਹੁੰਦੀ, ਅਸੀਂ ਆਪ ਵੇਖਿਆ ਗੁਰੂ ਘਰ ਦਾ ਛਕਦੇ ਹਾਂ, ਕਈ ਗੁਰੂ ਘਰ ਦੇ ਵਿੱਚੋਂ ਰਿਜ਼ਕ ਪ੍ਰਾਪਤ ਹੁੰਦਾ, ਗੁਰੂ ਘਰ ਦੇ ਸੇਵਕ ਅਖਵਾਉਂਦੇ, ਫਿਰ ਵੀ ਜਦੋਂ ਕੋਈ ਗੱਲ ਹੋ ਜਾਵੇ ਤੇ ਸਿੱਧਾ ਜਾਂਦੇ ਜੀ ਉਹ ਫਲਾਨੀ ਦੇਵੀ ਕੁਲ ਦੇਵੀ ਹੈ। ਨਹੀਂ ਪਿਆਰਿਓ, ਗੁਰਮਤ ਦੇ ਵਿੱਚ ਇਹਨਾਂ ਚੀਜ਼ਾਂ ਦੀ ਮਹਾਰਾਜ ਜੀ ਨੇ ਮਨਾਹੀ ਕਰਨੀ ਕੀਤੀ ਹੈ। ਤੇ ਛੱਟੀ ਮਾਤਾ ਦੀ ਨਹੀਂ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਨਮ ਸੰਸਕਾਰ ਕਰਨਾ ਤੇ ਆਪਣਾ ਬਾਟਾ ਲੈ ਕਰਕੇ ਉਹਦੇ ਵਿੱਚ ਨਿਰਮਲ ਜਲ ਪਾਓ ਤੇ ਪਤਾਸੇ ਪਾ ਕਰਕੇ ਤੇ ਕਿਰਪਾਨ ਲੈ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਕਰੋ। ਜਪਜੀ ਸਾਹਿਬ ਦਾ ਪਾਠ ਕਰਕੇ ਗੁਰਤੀ ਤਿਆਰ ਕਰਕੇ ਅੰਮ੍ਰਿਤ ਤਿਆਰ ਕਰਕੇ 5 ਬੂੰਦ ਕਿਰਪਾਨ ਦੇ ਰਾਹੀਂ ਉਹ ਬੱਚੇ ਨੂੰ ਛਕਾਇਆ ਜਾਵੇ। ਬਾਕੀ ਦਾ ਬਚਿਆ ਅੰਮ੍ਰਿਤ ਉਹਦੀ ਮਾਂ ਨੂੰ ਦਿੱਤਾ ਜਾਵੇ। ਕੜਾ ਪ੍ਰਸ਼ਾਦੀ ਦੇਗ ਸਜਾ ਕਰਕੇ ਉਹਦੇ ਜਨਮ ਸੰਸਕਾਰ ਦੀ ਅਰਦਾਸ ਕਰਨਾ ਕਰੋ। ਇਹ ਪਿਆਰਿਓ ਗੁਰਮਤ ਦੀ ਮਰਿਆਦਾ ਹੈ। ਇਸ ਕਰਕੇ ਕਈ ਜਿਹੜੇ ਨਾ ਪਿਆਰਿਓ ਦੂਜੇ ਤੀਜੇ ਪਾਸੇ ਲੱਗੇ, ਕੋਈ ਕਹਿੰਦਾ ਜੀ ਉਹ ਸਾਡਾ ਕੁਲ ਦੇਵਤਾ, ਆਪਨੇ ਵੀ ਪਿਆਰਿਓ ਸੁਣਿਆ ਹੋਵੇਗਾ ਜੀ, ਕਈ ਕਹਿ ਦਿੰਦੇ ਜੀ ਸਾਡੀ ਉੱਥੇ ਕੁਲ ਦੇਵੀ ਹੈ, ਉੱਥੇ ਅਸੀਂ ਬਲੀ ਦੇਣੀ ਹੈ, ਉੱਥੇ ਜਾ ਕਰਕੇ ਇਹ ਕਰਨਾ ਜਾਂ ਉਹ ਕਰਨਾ। ਨਹੀਂ ਪਿਆਰਿਓ, ਸਾਡਾ ਕੁਲ ਦੇਵਤਾ ਇੱਕ ਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਹੀ ਸਾਡਾ ਜੋ ਕੁਛ ਹੈ, ਮਹਾਰਾਜ ਜੀ ਨੇ ਜਦੋਂ ਇੱਕ ਦੇ ਨਾਲ ਜੋੜ ਦਿੱਤਾ ਤੇ ਸਮਝਿਓ ਆਪਾਂ ਇੱਕ ਹੈ। ਇੱਕ ਦੇ ਨਾਲ ਜੁੜਨਾ ਚਾਹੀਦਾ। ਇੱਥੇ ਵੀ ਜੀ ਉੱਥੇ ਵੀ ਚੱਲ ਗਏ, ਉਹਦੇ ਕੋਲ ਵੀ ਚੱਲ ਗਏ ਤਾਂ ਪਿਆਰਿਓ ਗੱਲ ਨਹੀਂ ਬਣਦੀ ਹੈ। ਸਭ ਸਿੱਧਨ ਨਿਜ ਆਸਨ ਲਾਏ, ਸਾਰੇ ਸਿੱਧਾਂ ਨੇ ਆਪਣਾ ਆਸਨ ਲਾਇਆ। ਲੋਕਨ ਤੇ ਬਹੁ ਪੂਜ ਕਰਾਏ, ਲੋਕਾਂ ਤੋਂ ਇਹਨਾਂ ਸਿੱਧਾਂ ਨੇ ਆਪਣੀ ਬਹੁਤ ਜ਼ਿਆਦੀ ਪੂਜਾ ਕਰਵਾਈ। ਸ੍ਰੀ ਗੁਰ ਕੀ ਮਨਤਾ ਬਹੁ ਹੋਈ, ਸਤਿਗੁਰੂ ਮਹਾਰਾਜ ਜੀ ਦੀ ਪਿਆਰਿਓ ਬਹੁਤ ਜ਼ਿਆਦੀ ਮਨੌਤ ਮਨਤਾ ਹੋ ਗਈ ਹੈ। ਸਿੱਧ ਬਿਲੋਕ ਗਏ ਜਰ ਸੋਈ, ਸਿੱਧ ਵੇਖ ਕਰਕੇ ਬਹੁਤ ਜ਼ਿਆਦੇ ਸੜਬੜ ਗਏ ਹਨ। ਤੇ ਇਹ ਤਾਂ ਹੁੰਦਾ ਹੀ ਪਿਆਰਿਓ, ਅਕਸਰ ਆਪਾਂ ਤੱਕਦੇ ਆ, ਜੇ ਵੀ ਫੀਲਡ ਦੇ ਵਿੱਚ ਆਪਾਂ ਰਹਿੰਦੇ ਨਾ ਤੇ ਇੱਕ ਦੀ ਜਦੋਂ ਮਨੌਤ ਜ਼ਿਆਦੀ ਹੋ ਜਾਵੇ ਤੇ ਦੂਜਾ ਸੜਦਾ ਹੀ ਹੈ। ਤੇ ਜਿਹੜੇ ਬਿਜ਼ਨਸਮੈਨ ਵੀ ਹਰ ਪਾਸੇ ਵੇਖਿਓ ਈਰਖਾ ਜ਼ਰੂਰ ਹੁੰਦੀ ਹੈ। ਤੇ ਈਰਖਾ ਦੂਜੇ ਦੇ ਨਾਲ ਨਹੀਂ ਹੁੰਦੀ, ਈਰਖਾ ਆਪਣੇ ਵਾਲਿਆਂ ਦੇ ਨਾਲ ਹੁੰਦੀ ਹੈ। ਜਿਸ ਤਰ੍ਹਾਂ ਹੁਣ ਆਪਾਂ ਗੁਰੂ ਘਰ ਦੇ ਵਿੱਚ ਇਹ ਕਰਦੇ ਆ, ਰਾਗੀਆਂ ਦੀ ਪਿਆਰਿਓ ਮਾਫ ਕਰਨਾ, ਇਹ ਸਾਰਿਆਂ ਵਾਸਤੇ ਨਹੀਂ ਹੈ, ਲੇਕਿਨ ਉਹਨਾਂ ਦੀ ਈਰਖਾ ਜ਼ਿਆਦਾ ਕਰਕੇ ਤਾਂ ਉਹਦੇ ਨਾਲ ਜਿਹਦੇ ਨਾਲ ਪ੍ਰਤੀਸਪਰਧਾ ਹੁੰਦੀ ਹੈ ਉਹਦੇ ਨਾਲ, ਗਿਆਨੀਆਂ ਦੇ ਨਾਲ ਨਹੀਂ ਬਣਦੀ। ਸੱਚ ਹੈ ਪਿਆਰਿਓ, ਚਲੋ ਕਈ ਜਿਹੜੇ ਮਹਾਂਪੁਰਖ ਚੜ੍ਹਦੀ ਕਲਾ ਵਾਲੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਸ ਤਰ੍ਹਾਂ ਕਈਆਂ ਦੀ ਆਪਣਿਆਂ ਦੇ ਨਾਲ, ਕਿਉਂਕਿ ਪ੍ਰਤੀਸਪਰਧਾ ਉਹਨਾਂ ਦੇ ਨਾਲ ਹੁੰਦੀ ਹੈ। ਆਮ ਬਾਜ਼ਾਰਾਂ ਦੇ ਵਿੱਚ ਵੀ ਵੇਖੋ, ਕੋਈ ਕੱਪੜੇ ਦੇ ਦੁਕਾਨ ਵਾਲਾ ਜਿਹੜਾ, ਉਹਦੀ ਬੇਸ਼ੱਕ ਦੂਜੇ ਪੰਸਾਰੀ ਦੇ ਨਾਲ ਉਹਦੀ ਬਣਦੀ ਹੋਵੇਗੀ, ਲੇਕਿਨ ਦੂਜਾ ਕੱਪੜੇ ਦਾ ਵਪਾਰੀ ਹੋਵੇ ਨਾ ਨਾਲ, ਉਹਦੇ ਨਾਲ ਨਹੀਂ ਬਣਦੀ, ਕਿਉਂਕਿ ਪਤਾ ਕਿ ਦੋਵਾਂ ਦਾ ਇੱਕੋ ਬਿਜ਼ਨਸ ਹੈ, ਇੱਕੋ ਇਹਨਾਂ ਦਾ ਰੁਜ਼ਗਾਰ ਹੈ। ਇਹਦੀ ਜਲ ਗਈ ਤਾਂ ਦੂਜੇ ਦਾ ਘਾਟਾ ਹੋ ਜਾਵੇਗਾ। ਇਸ ਕਰਕੇ ਆਪਸ ਦੇ ਵਿੱਚ ਸੜਦੇ ਹਨ। ਤੇ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦੀ ਜਦੋਂ ਬਹੁਤ ਜ਼ਿਆਦੀ ਮਨੌਤ ਹੋਣ ਲੱਗੀ, ਸਿੱਧ ਜਿਹੜੇ ਹਨ ਸੜ ਬੜ ਗਏ। ਮੇਲਾ ਵਿਸ਼ਰ ਗਇਓ ਜਬ ਬੇਰੇ, ਜਦੋਂ ਉਸ ਵੇਲੇ ਪਿਆਰਿਓ ਮੇਲਦਾਸ ਸਾਹਿਬ ਜੀ ਨੇ ਛੇਤ ਕਬਿਤ ਵਾਰ ਜੋ ਹੈ ਇਸ ਪ੍ਰਥਾਏ ਉਚਾਰਨ ਕਰਨੇ ਕੀਤੇ।
ਫਿਰ ਇਹ ਜੋ ਪ੍ਰਸੰਗ ਜਿਹੜਾ ਕਵੀ ਰਾਜ ਜੀ ਨੇ ਅੱਗੇ ਜਾ ਕਰਕੇ ਦੂਜੇ ਪ੍ਰਸੰਗ ਦੇ ਵਿੱਚ ਦੇ ਦਿੱਤਾ। ਇੱਥੇ ਜੋ ਉਹਨਾਂ ਨੇ ਲੜੀ ਜੋੜਨੀ ਹੈ ਭਾਈ ਮਰਦਾਨੇ ਦਾ, ਕਿਉਂਕਿ ਮਹਾਰਾਜ ਜੀ ਨੇ ਬਚਨ ਕੀਤਾ ਸੀ ਨਾ, ਮਰਦਾਨੇ ਨੂੰ ਕਿਹਾ ਸੀ ਕਿ ਮਰਦਾਨਿਆ ਤੇਰਾ ਅੰਤਮ ਸਵਾਸ ਖੁਰਮ ਨਗਰ ਦੇ ਵਿੱਚ ਹੋਵੇਗਾ ਤੇ ਉਹ ਨਗਰ ਦੇ ਵਿੱਚ ਤੇਰੇ ਪਰਿਵਾਰ ਨੂੰ ਵਸਾਉਣਾ ਹੈ। ਉੱਥੇ ਤੇਰੇ ਪਰਿਵਾਰ ਦੀ ਬਹੁਤ ਚਲੇਗੀ, ਲੋਕ ਤੇਰੇ ਪਰਿਵਾਰ ਦੀ ਬੜੀ ਪੂਜਾ ਕਰਨਗੇ। ਉਹ ਬਚਨ ਪੂਰਾ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲੀਨੋ ਸੰਗ ਮਰਦਾਨੇ ਸੁਤ ਕੋ, ਮਹਾਰਾਜ ਨੇ ਕਿਹਾ ਚੱਲ ਬਾਲਿਆ ਭਾਈ ਮਰਦਾਨਾ ਜਿਹੜਾ ਉਹਦਾ ਬੱਚਾ ਜੋ ਹੈ ਉਹਨੂੰ ਆਪਾਂ ਲੈ ਚਲੀਏ। ਚਲੋ ਅਬੈ ਤਲਵੰਡੀ ਮਾਹੀ, ਚੱਲ ਭਾਈ ਆਪਾਂ ਤਲਵੰਡੀ ਦੇ ਵਿੱਚ ਚੱਲਣਾ ਕਰੀਏ, ਕਿਉਂਕਿ ਜੱਦੀ ਪੁਸ਼ਤੀ ਨਗਰ ਭਾਈ ਮਰਦਾਨੇ ਦਾ, ਭਾਈ ਬਾਲਾ ਜੀ ਦਾ ਤਲਵੰਡੀ ਹੈ। ਖੁਰਮੇ ਨਗਰ ਪੁਜਾਵਹਿ ਤਾਹੀ, ਉੱਥੇ ਜਾ ਕਰਕੇ ਉਹਨਾਂ ਦੇ ਜੋ ਵੰਸ਼ਜ ਹਨ, ਉਹਦਾ ਜੋ ਅਗਲੀ ਪੀੜ੍ਹੀ ਹੈ ਉਹਨੂੰ ਲੈ ਕਰਕੇ ਖੁਰਮ ਨਗਰ ਖੁਰਮੇ ਦੇ ਵਿੱਚ ਉਹਨਾਂ ਨੂੰ ਪਹੁੰਚਾਉਣਾ। ਤੈ ਸਿਰ ਪਾਉ ਬਿਠਾਏ ਭਲੇਰੇ, ਸਿਰ ਪਾਓ ਭਾਵ ਕੇ ਉਹਨਾਂ ਨੂੰ ਸਿਰ ਪਾਓ ਦੇ ਕਰਕੇ ਵਧੀਆ ਉਹਨਾਂ ਦੀ ਗੱਦੀ ਨਸ਼ੀਨੀ ਕਰਕੇ ਉਥੇ ਖੁਰਮ ਦੇਸ਼ ਦੇ ਵਿੱਚ ਉਹਨਾਂ ਨੂੰ ਬਿਠਾਉਣਾ, ਉਹਨਾਂ ਦੀ ਪੂਜਾ ਕਰਾਉਣੀ ਹੈ। ਇਸ ਵਿਦ ਕਰਨ ਭਾਰ ਸਿਰ ਮੇਰੇ, ਇਸ ਤਰ੍ਹਾਂ ਕਰਨਾ ਭਾਈ, ਇਹ ਮੇਰੇ ਸਿਰ ਦੇ ਉੱਤੇ ਬਹੁਤ ਜ਼ਿਆਦਾ ਭਾਰ ਹੈ। ਇਹ ਕਿਉਂਕਿ ਮਹਾਰਾਜ ਜੀ ਨੇ ਬਚਨ ਕੀਤਾ ਪਿਆਰਿਓ, ਕਿਉਂਕਿ ਬੇਸ਼ੱਕ ਜੋ ਹੈ ਆਮ ਬੰਦਾ ਇਹੀ ਤਾਂ ਪਿਆਰਿਓ ਪਰਖ ਹੁੰਦੀ ਹੈ ਕੱਚੇ ਦੀ ਤੇ ਪੱਕੇ ਦੀ। ਕੱਚੇ ਜਿਹੜੇ ਹਨ ਤੇ ਉਹ ਬਚਨ ਕਰਦਿਆਂ ਵੀ ਸੋਚਦੇ ਨਹੀਂ ਹੈ, ਬਚਨ ਕਰ ਦਿੰਦੇ ਤੇ ਫਿਰ ਉਹ ਬਚਨਾਂ ਨੂੰ ਤੋੜ ਵੀ ਦਿੰਦੇ ਹਨ। ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਉਹ ਕੱਚਿਆਂ ਦੇ ਵਿੱਚ ਹੁੰਦੇ ਕਿ ਮਨ ਦੇ ਵਿੱਚ ਕੁਝ ਔਰ ਹੈ ਤੇ ਮੂੰਹ ਦੇ ਵਿੱਚ ਕੁਝ ਔਰ ਹੈ, ਉਹ ਕੱਚਿਆਂ ਦੇ ਵਿੱਚ। ਤੇ ਇਹੋ ਜਿਹੇ ਕੱਚੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੁਆ ਨਾ ਜਾਹੀ ਛੋੜ। ਇਹਨਾਂ ਕੱਚਿਆਂ ਦਾ ਭਾਈ ਸਾਥ ਛੱਡ ਦੇਣਾ ਚਾਹੀਦਾ। ਇਹਨਾਂ ਦਾ ਕੀ ਇਤਬਾਰ, ਕੀ ਭਰੋਸਾ, ਜਿਹੜੇ ਬਚਨ ਕਰਕੇ ਬਚਨ ਕਰੇ ਸੋ ਖਿਸਕ ਜਾਏ, ਬੋਲੇ ਨਰ ਕੱਚਾ। ਸਾਰੇ ਉਹਨੂੰ ਕੱਚਾ ਕਹਿੰਦੇ ਹਨ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸੀ, ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਖੁਰਮ ਸ਼ਹਿਰ ਦੇ ਵਿੱਚ ਤੇਰੇ ਪ੍ਰਾਣ ਪੰਖੇਰੂ ਉੱਡ ਜਾਣਗੇ, ਅੰਤਲਾ ਸਵਾਸ ਤੂੰ ਨੇ ਲੈਣਾ ਹੈ ਤੇ ਇੱਥੇ ਫਿਰ ਥੜਾ ਬਣਾ ਕਰਕੇ ਇੱਥੇ ਤੇਰੇ ਪਰਿਵਾਰ ਨੂੰ ਲਿਆ ਕਰਕੇ ਵਸਾਉਣਾ ਤੇ ਤੇਰਾ ਪਰਿਵਾਰ ਫਿਰ ਇੱਥੇ ਵਸੇਗਾ। ਉਹ ਬਚਨ ਪੂਰਾ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਕਮਰ ਕੱਸਾ ਕੀਤਾ। ਅਸ ਕਹਿ ਕੀਨ ਪਿਆਨੋ ਤੂਰਨ, ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਜੀ ਨੇ ਤੁਰੰਤ ਉਥੋਂ ਪਿਆਨਾ ਕੀਤਾ। ਪਹੁੰਚੇ ਤਲਵੰਡੀ ਗੁਰਪੂਰਨ, ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤਲਵੰਡੀ ਨਗਰ ਦੇ ਵਿੱਚ ਪਹੁੰਚੇ। ਏਕ ਕੂਪ ਉਪਰ ਤਹਿ ਜਾਈ, ਜਾ ਕਰਕੇ ਨਗਰ ਦੇ ਬਾਰ-ਬਾਰ ਇੱਕ ਖੂਹ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਵਿਰਾਜਮਾਨ ਹੋਏ। ਬੈਠ ਗਏ ਪੁਨ ਗਿਰਾ ਅਲਾਈ, ਉੱਥੇ ਬੈਠ ਗਏ ਤੇ ਮਹਾਰਾਜ ਜੀ ਨੇ ਬਚਨ ਕੀਤਾ, ਹੇਤੂ ਮਾਤ ਪਿਤ ਰਾਏ ਪਛਾਨੋ, ਹੇਤੂ ਮਾਤ ਪਿਤ ਰਾਏ ਪਛਾਨੋ। ਸਤਿਗੁਰੂ ਮਹਾਰਾਜ ਜੀ ਨੇ ਭਾਈ ਬਾਲਾ ਨੂੰ ਸੰਬੋਧਨ ਕੀਤਾ, ਬਾਲਿਆ ਮਹਾਰਾਜ ਕਹਿੰਦੇ ਮਾਤ ਪਿਤਾ ਹਿਤੂ ਰਾਏ ਪਛਾਨੋ, ਸਾਡੀ ਮਾਤਾ ਹੈ, ਸਾਡੇ ਪਿਤਾ ਜੀ ਸਨ ਤੇ ਰਾਏ ਬੁਲਾਰ ਜੋ ਹੈ ਇਹ ਨਗਰ ਦਾ ਰਾਜਾ, ਇਹਨਾਂ ਦੇ ਨਾਲ ਸਾਡਾ ਬਹੁਤ ਜ਼ਿਆਦਾ ਪ੍ਰੇਮ ਸੀ, ਇਹ ਸਾਡੇ ਹਿਤੈਸ਼ੀ ਸਨ। ਭਾ ਪਰਲੋਕ ਸਭਨ ਕੋ ਜਾਨੋ, ਇਹਨਾਂ ਸਾਰਿਆਂ ਦਾ ਪਰਲੋਕ ਗਮਨ ਹੋ ਗਿਆ। ਮਾਤਾ ਜੀ ਵੀ ਬੈਕੁੰਠ ਪਿਆਨਾ ਕਰ ਗਏ, ਪਿਤਾ ਜੀ ਵੀ ਪਰਲੋਕ ਗਮਨ ਕਰ ਗਏ, ਰਾਏ ਬੁਲਾਰ ਜੀ ਵੀ ਆਪਣਾ ਚੋਲਾ ਛੱਡ ਗਏ। ਚਾਚਾ ਲਾਲੂ ਜੀਵਤ ਅਬ, ਸਾਡੇ ਚਾਚਾ ਜੀ ਭਾਈ ਲਾਲੂ ਜੀ, ਉਹਨਾਂ ਦਾ ਨਾਮ ਭਾਈ ਲਾਲੂ ਹੈ। ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਕਾਲੂ ਸੀ ਤੇ ਛੋਟੇ ਦਾ ਨਾਮ ਲਾਲੂ। ਤੇ ਉਸ ਵੇਲੇ ਭਾਈ ਲਾਲੂ ਜੀ ਜੋ ਹਨ ਮਹਾਰਾਜ ਜੀ ਦੇ ਚਾਚਾ ਜੀ, ਉਹ ਨਾ ਵੇਖਣਾ ਹੈ। ਬਹੁ ਹਿਤ ਕਰੈ ਨਾ ਜਾਵਨ ਦੇਹੀ, ਉਹਨਾਂ ਨੇ ਬਹੁਤ ਹਿੱਤ ਕਰਨਾ, ਬੜਾ ਪ੍ਰੇਮ ਕਰਨਾ, ਉਹਨਾਂ ਨੇ ਜਾਣ ਨਹੀਂ ਦੇਣਾ, ਸਾਨੂੰ ਘਰੇ ਹੀ ਰੱਖ ਲੈਣਾ। ਘਰ ਲਗਾਏ ਕੈ ਰੁਦਨ ਕਰੇਹੀ, ਉਹਨਾਂ ਨੇ ਗੱਲ ਲਾ ਕਰਕੇ ਬਹੁਤ ਜ਼ਿਆਦਾ ਵੈਰਾਗ ਕਰਨਾ ਹੈ, ਬਹੁਤ ਸਨੇਹ ਕਰਨਾ। ਤਿਮਰ ਭਏ ਜਾਵੋ ਪੁਰ ਮਾਹੀ, ਇਸ ਕਰਕੇ ਅਸੀਂ ਜੇ ਜਾਵਾਂਗੇ ਨਾ ਸਮਾਂ ਲੱਗ ਜਾਵੇਗਾ।
ਜੇ ਉਹਨਾਂ ਨੇ ਫੜ ਲਿਆ, ਕਹਿ ਦਿੱਤਾ ਕਿ ਮਹਾਰਾਜ ਤੁਹਾਡਾ ਨਗਰ ਹੈ, ਰਹੋ ਇੱਥੇ, ਤੇ ਸਮਾਂ ਵਾਧੂ ਲੱਗ ਜਾਵੇਗਾ। ਇਸ ਕਰਕੇ ਅਸੀਂ ਤੁਰੰਤ ਇੱਥੋਂ ਨਿਕਲਣਾ ਚਾਹੁੰਦੇ ਹਾਂ। ਜੇ ਅਸੀਂ ਜਾਵਾਂਗੇ ਤੇ ਸਮਾਂ ਬਥੇਰਾ ਲੱਗ ਜਾਵੇਗਾ। ਮਹਾਰਾਜ ਕਹਿਣ ਲੱਗੇ ਭਾਈ ਤੂੰ ਚੁੱਪਚਾਪ ਚੱਲ ਜਾ ਸ਼ਹਿਰ ਦੇ ਵਿੱਚ, ਤਲਵੰਡੀ ਵਿੱਚ। ਦੂਸ਼ਣ ਧਾਰ ਆਨੀਏ ਤਾਂ ਹੀ ਕਿਹਨੂੰ ਵੀ ਨਾ ਬੋਲਣਾ ਕਰ, ਚੁੱਪਚਾਪ ਸਿੱਧਾ ਭਾਈ ਮਰਦਾਨੇ ਦੇ ਘਰ ਵਿੱਚ ਜਾ ਤੇ ਭਾਈ ਮਰਦਾਨੇ ਦੇ ਲੜਕੇ ਨੂੰ, ਸ਼ਹਿਜ਼ਾਦੇ ਨੂੰ ਲੈ ਕੇ ਆ। ਹਮਨੇ ਨਗਰ ਮਝਾਰ ਪਧਾਰੈ ਅਸੀਂ ਨਗਰ ਦੇ ਵਿੱਚ ਨਹੀਂ ਪਧਾਰਨਾ ਹੈ। ਲੈ ਵਹਿਰ ਤੇ ਤਹਾਂ ਸਿਧਾਰੈ ਉਹਨਾਂ ਨੂੰ ਬਾਹਰੋਂ ਬਾਹਰੀ ਲੈ ਕੇ ਆਉਣਾ ਕਰ, ਅਸੀਂ ਇੱਥੇ ਹੀ ਤੇਰੀ ਉਡੀਕ ਕਰਦੇ ਆਂ। ਲੈ ਕੇ ਆ, ਫਿਰ ਇੱਥੋਂ ਆਪਾਂ ਖੁਰਮੇ ਨੂੰ ਚੱਲ ਜਾਵਾਂਗੇ। ਆਇਸ ਪਾਏ ਤਬਹਿ ਮੈਂ ਗਇਓ ਆਇਸ ਪਾ ਕਰਕੇ ਭਾਈ ਬਾਲਾ ਜੀ ਕਹਿੰਦੇ ਉਦੋਂ ਮੈਂ ਚੱਲ ਗਿਆ। ਕੋਈ ਨਾ ਪੁਰ ਮਹਿ ਜਾਣਤ ਪਇਓ ਜਦੋਂ ਉੱਥੇ ਗਏ ਹਨ ਭਾਈ ਬਾਲਾ ਜੀ, ਸ਼ਾਮਾਂ ਦਾ ਵੇਲਾ, ਰਾਤਰੀ ਦਾ ਵੇਲਾ, ਤੇ ਥੋੜਾ ਜਿਹਾ ਭੇਸ ਵਟਾ ਕਰਕੇ ਤੇ ਬਹੁਤ ਲੰਬਾ ਸਮਾਂ ਹੋ ਗਿਆ। ਕੋਈ ਵੀ ਭਾਈ ਬਾਲੇ ਨੂੰ ਨਹੀਂ ਪਹਿਚਾਣ ਸਕਿਆ। ਦਰ ਠਾਂਡੇ ਵਹਿ ਸਹਿਜ ਬੁਲਾਇਓ ਉਹਨਾਂ ਦੇ ਦਰ ਦੇ ਉੱਤੇ ਖੜ ਕੇ ਮੈਨੇ ਭਾਈ ਮਰਦਾਨੇ ਦੇ ਲੜਕੇ ਨੂੰ ਬੁਲਾਉਣਾ ਕੀਤਾ। ਸੁਨ ਸ਼ਹਿਜ਼ਾਦਾ ਬਾਹਰ ਆਇਓ ਸੁਨ ਕਰਕੇ ਉਹਨਾਂ ਦਾ ਲੜਕੇ ਦਾ ਨਾਮ ਸੀ ਸ਼ਹਿਜ਼ਾਦਾ, ਵੱਡੇ ਦਾ ਨਾਮ, ਤੇ ਉਹ ਸੁਣ ਕਰਕੇ ਬਾਹਰ ਆਇਆ ਭਾਈ ਮਰਦਾਨੇ ਦਾ ਲੜਕਾ। ਮੂੰਹ ਕੋ ਦੇਖਤ ਹਰਖਿਓ ਤਬ ਹੀ ਮੈਨੂੰ ਵੇਖ ਕਰਕੇ ਸ਼ਹਿਜ਼ਾਦਾ ਜੋ ਹੈ ਬਹੁਤ ਜ਼ਿਆਦਾ ਪ੍ਰਸੰਨ ਹੋਇਆ। ਲਖਿਓ ਕੇ ਮੰਪਿਤ ਆਵਹਿ ਅਬ ਉਹਨੂੰ ਹੀ ਇੰਜ ਲੱਗਿਆ ਸ਼ਹਿਜ਼ਾਦੇ ਨੂੰ ਕਿ ਭਾਈ ਬਾਲਾ ਆਇਆ, ਤੇ ਭਾਈ ਬਾਲੇ ਨੇ ਇਕੱਲੇ ਨਹੀਂ ਆਉਣਾ ਹੈ, ਇਹਦੇ ਨਾਲ ਸਤਿਗੁਰੂ ਮਹਾਰਾਜ ਜੀ ਵੀ ਹੋਣਗੇ, ਤੇ ਜਿੱਥੇ ਬਾਬਾ ਨਾਨਕ ਜੀ ਹੋਣਗੇ ਦੂਜਾ ਰਬਾਬੀ ਮਰਦਾਨਾ ਵੀ ਜ਼ਰੂਰ ਹੋਵੇਗਾ। ਕਹਿਣ ਦਾ ਭਾਵ ਕਿ ਮੇਰੇ ਪਿਤਾ ਜੀ ਵੀ ਆਏ ਹੋਣਗੇ ਜ਼ਰੂਰ। ਹਿਤ ਕਰ ਉਰਮਹਿ ਪਗ ਲਪਟਾਵਾ ਹਿਤ ਕਰਕੇ ਤੁਰੰਤ ਵੱਡੇ ਜਾਣ ਕਰਕੇ ਸ਼ਹਿਜ਼ਾਦੇ ਨੇ ਭਾਈ ਬਾਲੇ ਦੇ ਚਰਨੀ ਲੰਘਣਾ ਕੀਤਾ, ਡੰਡੌਤ ਕੀਤੀ ਹੈ। ਤੇ ਆਸ਼ੀਸ਼ ਮੈਂ ਬਚਨ ਅਲਾਵਾ ਆਸ਼ੀਸ਼ ਦੇ ਕਰਕੇ ਭਾਈ ਬਾਲਾ ਜੀ ਕਹਿੰਦੇ ਮੈਨੇ ਉਹਨਾਂ ਦੇ ਤਾਂ ਹੀ ਬਚਨ ਕੀਤਾ। ਸ੍ਰੀ ਗੁਰੂ ਵਹਿਰ ਹਕਾਰਤ ਤੋ ਹੀ ਬਚਨ ਕੀਤਾ ਸ਼ਹਿਜ਼ਾਦਿਆ ਚੱਲ ਭਾਈ ਸਤਿਗੁਰੂ ਮਹਾਰਾਜ ਨਗਰ ਦੇ ਬਾਰ-ਬਾਰ ਬੈਠੇ ਹਨ, ਤੈਨੂੰ ਸੱਦਦੇ। ਲੈਨੇ ਹੇਤ ਪਠਾਇਓ ਮੋਹੀ ਤੈਨੂੰ ਲੈਣ ਵਾਸਤੇ ਮੈਨੂੰ ਭੇਜਣਾ ਕੀਤਾ। ਦੋਹਰਾ ਮੰਪਿਤ ਕੋ ਛੋੜਿਓ ਕਹਾਂ ਕਿਉ ਨਹਿ ਆਇਓ ਧਾਮ ਉਦੋਂ ਪਿਆਰਿਓ ਇਹਨੇ ਬਚਨ ਕੀਤਾ। ਸ਼ਹਿਜ਼ਾਦਾ ਪੁੱਛਦਾ ਕਿ ਭਾਈ ਬਾਲਾ ਜੀ ਮੇਰੇ ਪਿਤਾ ਜੀ ਭਾਈ ਮਰਦਾਨਾ ਕਿਉਂ ਨਹੀਂ ਆਏ ਹਨ, ਉਹ ਬਾਰ-ਬਾਰ ਕਿਉਂ ਬੈਠੇ ਹਨ, ਉਹਨਾਂ ਨੂੰ ਵੀ ਆਉਣਾ ਚਾਹੀਦਾ ਸੀ ਘਰ ਵਿੱਚ। ਪ੍ਰਭ ਕਿਉਂ ਬੈਠੇ ਵਹਿਰ ਤਜ ਪ੍ਰਭ ਕਿਉਂ ਬੈਠੇ ਵਹਿਰ ਤੈ ਹੈ ਤਜ ਤਲਵੰਡੀ ਗ੍ਰਾਮ ਸਤਿਗੁਰੂ ਮਹਾਰਾਜ ਜੀ ਵੀ ਤਲਵੰਡੀ ਨੂੰ ਛੱਡ ਕਰਕੇ ਬਾਹਰ ਕਿਉਂ ਬੈਠੇ ਹੋਏ, ਕਿਉਂਕਿ ਮਹਾਰਾਜ ਜੀ ਦਾ ਜੱਦੀ ਪੁਸ਼ਤੀ ਨਗਰ ਹੈ, ਮਹਾਰਾਜ ਜੀ ਦਾ ਇੱਥੇ ਹੀ ਪ੍ਰਕਾਸ਼ ਹੋਇਆ, ਇੱਥੇ ਹੀ ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਲੀਲਾ ਕਰਨੀ ਕੀਤੀ ਹੈ। ਚਲੋ ਕੋਈ ਓਪਰਾ ਕੋਈ ਦੂਜਿਆਂ ਦਾ ਨਗਰ ਹੋਵੇ, ਸ਼ਹਿਰ ਹੋਵੇ ਤਾਂ ਆਪਾਂ ਮੰਨ ਸਕਦੇ ਹਾਂ। ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਆਉਣ ਵਾਸਤੇ ਕਾਹਦੀ ਹਿਚਕ ਹੈ, ਉਹ ਕਿਉਂ ਨਹੀਂ ਆਏ ਤੇ ਮੇਰੇ ਪਿਤਾ ਤੇ ਭਾਈ ਮਰਦਾਨਾ ਜੀ ਕਿਉਂ ਨਹੀਂ ਆਏ ਹਨ, ਇਹਦਾ ਜਵਾਬ ਦਿਓ। ਚੌਪਈ ਗੁਰ ਢੇਗ ਚਲਹੁ ਅਵਾਰ ਨ ਲਾਵੋ ਭਾਈ ਬਾਲੇ ਨੇ ਬਚਨ ਕੀਤਾ ਸਹਿਜ਼ਾਦਿਆ ਤੂੰ ਦੇਰੀ ਨਾ ਕਰਨਾ ਕਰ, ਤੁਰੰਤ ਸਤਿਗੁਰੂ ਮਹਾਰਾਜ ਜੀ ਦੇ ਕੋਲ ਪਹੁੰਚ। ਸਭ ਹੀ ਉੱਤਰ ਤਿੰਨ ਤੇ ਪਾ ਆ ਜੋ ਪ੍ਰਸ਼ਨ ਕੀਤਾ ਨਾ ਇਹਦਾ ਜਵਾਬ ਮੈਨੇ ਨਹੀਂ ਦੇਣਾ, ਸਤਿਗੁਰੂ ਮਹਾਰਾਜ ਜੀ ਨੇ ਦੇਣਾ, ਉਹਨਾਂ ਤੋਂ ਇਹ ਉੱਤਰ ਪ੍ਰਾਪਤ ਕਰ। ਸ਼ਹਿਜ਼ਾਦੇ ਕੇ ਭਾਗ ਵਡੇਰੇ ਸ਼ਹਿਜ਼ਾਦੇ ਦੇ ਬਹੁਤ ਨੇ ਕਿਹਾ, ਤੁਰੰਤ ਉਹਨਾਂ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਿਆ। ਜਾਏ ਜਬ ਹੈ ਦਰਸ਼ਨ ਕੋ ਕੀਨੋ ਜਾ ਕਰਕੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ, ਚਰਨਾਂਬੁਜ ਮਹਿ ਸਿਰ ਧਰ ਦੀਨੋ ਚਰਨਾਂਬੁਜ ਚਰਨ ਕਮਲਾਂ ਦੇ ਉੱਤੇ ਸ਼ਹਿਜ਼ਾਦੇ ਨੇ ਮੱਥਾ ਰੱਖਣਾ ਕੀਤਾ, ਮੱਥਾ ਟੇਕਣਾ ਕੀਤਾ। ਸ੍ਰੀ ਗੁਰ ਤੈਸੋਂ ਗਿਰਾ ਅਲਾਈ ਸਤਿਗੁਰੂ ਮਹਾਰਾਜ ਜੀ ਨੇ ਉਦੋਂ ਸ਼ਹਿਜ਼ਾਦੇ ਦੇ ਤਾਂ ਹੀ ਬਚਨ ਕੀਤਾ। ਤੂੰ ਹਿਤਾਤ ਕੀ ਬੈਸ ਬਿਹਾਰੀ ਸਤਿਗੁਰੂ ਜੀ ਕਹਿਣ ਲੱਗੇ ਸ਼ਹਿਜ਼ਾਦਿਆ ਤੇਰੇ ਪਿਤਾ ਦੀ ਆਰਬਲਾ ਖਤਮ ਹੋ ਗਈ ਹੈ, ਪਇਓ ਕਾਲ ਬਸ ਤਹਿ ਕੋ ਜਾ ਉਹਦਾ ਤੂੰ ਜਾਣ ਲੈਣਾ ਕਰ, ਤੇਰੇ ਪਿਤਾ ਭਾਈ ਮਰਦਾਨਾ ਜੀ ਕਾਲ ਦੇ ਵਸ ਹੋ ਗਏ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੀਵ ਅਵਤਰਾ,
ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਭ ਕੁਝ ਕਾਲ ਦਾ ਤਮਾਸ਼ਾ, ਸਮੇਂ ਦਾ ਤਮਾਸ਼ਾ ਚੱਲ ਰਿਹਾ, ਸਮੇਂ ਦਾ ਗੇੜ ਦੇ ਵਿੱਚ ਸਾਰਾ ਸੰਸਾਰ ਚੱਲ ਰਿਹਾ ਹੈ। ਤੇ ਅੰਤ ਹੈ ਕਾਲ ਕਰਤ ਹੈ ਨਾਸਾ। ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ। ਤੇ ਕਾਲ ਪਾ ਕਰਕੇ ਹੀ ਜਨਮ ਹੁੰਦਾ, ਤੇ ਅੰਤ ਹੈ ਕਾਲ ਕਰਤ ਤਹਿ ਨਾਸਾ। ਅੰਤ ਨੂੰ ਕਾਲ ਹੀ ਪਿਆਰਿਓ ਜਿਹਦੀ ਉਤਪਤੀ ਕਰਦਾ, ਉਹਦੀ ਲੈਤਾ ਵੀ ਕਰਦਾ, ਕਾਲ ਵਸ ਹੋ ਜਾਂਦਾ ਹੈ। ਤੇ ਮਹਾਰਾਜ ਜੀ ਨੇ ਕਿਹਾ ਤੇਰੇ ਪਿਤਾ ਜੀ ਕਾਲ ਵਸ ਹੋ ਗਏ, ਕਾਲ ਚਲਾਣਾ ਕਰ ਗਏ। ਜਿਹ ਖੁਰਮਾਪੁਰ ਅਹ ਮਹਾ, ਜਿੱਥੇ ਬਹੁਤ ਵੱਡਾ ਸ਼ਹਿਰ ਖੁਰਮਾ ਹੈ, ਤਹਿਲੇ ਚਲਨੋ ਅਬ ਤੁਝ ਤਾਈ। ਹੁਣ ਤੂੰ ਸਮਝ ਲੈਣਾ ਕਰ, ਤੈਨੂੰ ਭਾਈ ਉੱਥੇ ਲੈ ਕੇ ਜਾਣਾ ਖੁਰਮੇ ਨਗਰ ਦੇ ਵਿੱਚ। ਸੰਗ ਲੈਨ ਕੋ ਲੀਨ ਬੁਲਾਈ, ਤੈਨੂੰ ਨਾਲ ਲੈਣ ਵਾਸਤੇ ਅਸੀਂ ਤੈਨੂੰ ਬੁਲਾਉਣਾ ਕੀਤਾ, ਸਦਨਾ ਕੀਤਾ। ਦੋਹਰਾ ਦੇਨੂ ਹਮਕੋ ਉਚਿਤ ਹੈ, ਤੂ ਕੋ ਅਬ ਸਿਰ ਪਾ। ਹੁਣ ਅਸਾਂ ਨੇ ਜੋ ਬਚਨ ਕੀਤਾ ਨਾ ਭਾਈ ਮਰਦਾਨੇ ਦੇ ਤਾਈ, ਤੇ ਉਹ ਬਚਨ ਪੂਰਾ ਕਰਨਾ, ਤੈਨੂੰ ਉਹਦਾ ਸਿਰੋਂ ਪਾਪ ਦੇਣਾ, ਇਹ ਸਾਡਾ ਫਰਜ਼ ਬਣਦਾ ਹੈ। ਇਹ ਬਚਨ ਸਾਡਾ ਪੂਰਾ ਕਰਨਾ। ਲੈਨੂ ਤੈਂ ਕਿਸ ਰੀਤ ਕੋ, ਤੈਸੋ ਬਚਨ ਬਤਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਤੈਨੂੰ ਸਿਰੋਂ ਪਾਉ ਦੇਣਾ, ਕਿਉਂਕਿ ਸਿਰੋਂ ਪਾਉ ਪਿਆਰਿਓ ਸਤਕਾਰ। ਸਤਕਾਰ ਜਦੋਂ ਜਿਹਨੂੰ ਆਪਾਂ ਕਰਦੇ ਹਾਂ, ਪ੍ਰੇਮ ਦੇ ਸੰਯੁਕਤ ਜਦੋਂ ਸਤਕਾਰ ਕੀਤਾ ਜਾਂਦਾ, ਤਾਂ ਪਿਆਰਿਓ ਉਹਨੂੰ ਸਿਰੋਂ ਪਾਉ ਦੀ ਬਖਸ਼ੀਸ਼ ਕਰਦੇ ਹਨ। ਉਹਦਾ ਸਨਮਾਨ ਹੁੰਦਾ, ਉਹਦਾ ਸਤਕਾਰ ਹੁੰਦਾ। ਅਸਲ ਦੇ ਵਿੱਚ ਪਿਆਰਿਓ ਸਿਰੋਂ ਪਾਉ ਦੀ ਬਹੁਤ ਵੱਡੀ ਮਹਾਨਤਾ ਹੈ। ਖਾਸ ਕਰਕੇ ਵਿਸ਼ੇਸ਼ ਕਰਕੇ ਜਿਨ੍ਹਾਂ ਨੇ ਕੁਛ ਪੰਥ ਵਾਸਤੇ ਕੁਛ ਕਰਨਾ ਕੀਤਾ, ਪੰਥ ਵਾਸਤੇ ਜਿਨ੍ਹਾਂ ਨੇ ਜੱਦੋ ਜਹਿਦ ਕਰਨੀ ਕੀਤੀ, ਜੋ ਦੇਸ਼ ਕੌਮ ਦੀ ਭਲਾਈ ਦੇ ਵਾਸਤੇ ਕੰਮ ਕਰਦੇ ਹਨ, ਅਸਲ ਦੇ ਵਿੱਚ ਸਿਰੋਂ ਪਾਉ ਦੇ ਉਹ ਯੋਗ ਹੁੰਦੇ, ਉਹਨਾਂ ਨੂੰ ਸਿਰੋਂ ਪਾਉ ਭੇਟ ਕੀਤਾ ਜਾਂਦਾ। ਕਈ ਵਾਰੀ ਆਪਾਂ ਵੇਖਦੇ ਹਾਂ, ਕਈ ਵਾਰੀ ਪਿਆਰਿਓ ਤੇ ਕਿਹਦੀ ਵਾਹਵਾਹੀ ਲੁੱਟਣ ਦੇ ਵਾਸਤੇ, ਕੁਛ ਇਹ ਵੀ ਕਰਨ ਵਾਸਤੇ ਕੀ ਕਰ ਦਿੰਦੇ ਆ, ਸਿਰੋਪਾ ਲਿਆ ਕਰਕੇ ਭੇਟ ਦੇ ਦਿੰਦੇ, ਜਾਂ ਇੰਨਾ ਇਹ ਕਰ ਦਿੰਦੇ, ਕੋਈ ਉਹਦੇ ਅੰਦਰ ਜਿਹਨੂੰ ਪਿਆਰਿਓ ਸਿਰੋਂ ਪਾਉ ਦਾ ਸਤਕਾਰ ਨਾ ਹੋਵੇ ਨਾ, ਤੇ ਉਹਨਾਂ ਨੂੰ ਸਹੀ ਸੱਚ ਜਾਣੋ, ਉਹਨਾਂ ਨੂੰ ਦੇਣਾ ਵੀ ਨਹੀਂ ਚਾਹੀਦਾ ਹੈ। ਕਈ ਵਾਰੀ ਕਈ ਕੀ ਕਰਦੇ, ਲੈ ਤਾਂ ਲੈਂਦੇ ਹਨ ਸਿਰੋਂ ਪਾਉ, ਗਲ ਵਿੱਚ ਤਾਂ ਪਾ ਲੈਂਦੇ, ਲੇਕਿਨ ਉਹੀ ਸਿਰੋਂ ਪਾਉ ਦੀ ਨਿਰਾਦਰੀ ਕਰਦੇ ਹਨ, ਤੇ ਉਹਨਾਂ ਨੂੰ ਫਿਰ ਪਿਆਰਿਓ ਦੇਣ ਦੀ ਕੀ ਲੋੜ ਹੈ। ਕਈ ਵਾਰੀ ਪਿਆਰਿਓ ਮਾਫ ਕਰਨਾ ਕਿਹਨੂੰ ਜੇ ਗਲਤ ਲੱਗੇ, ਲੇਕਿਨ ਆਪਣੇ ਕੋਲ ਵੀ ਜਾਂ ਕਈ ਥਾਵਾਂ ਤੇ ਗੁਰੂ ਮਹਾਰਾਜ ਜੀ ਦਾ ਅੰਗੀਕਾਰ ਕੀਤਾ ਹੋਇਆ ਰੁਮਾਲਾ ਜਿਹੜਾ ਆਪਾਂ ਵੀ ਫਿਰ ਇਹ ਸਾਨੂੰ ਵੀ ਚਾਹੀਦਾ ਪਿਆਰਿਓ, ਕਿਉਂਕਿ ਆਪਾਂ ਵੀ ਕਹਿੰਦੇ ਹਾਂ ਕਿ ਨਹੀਂ ਜੀ ਸਿਰੋਂ ਪਾਉ ਚਾਹੀਦਾ। ਸਿਰੋਂ ਪਾਉ ਤਾਂ ਆਪਾਂ ਇੱਥੋਂ ਲੈ ਲੈਂਦੇ ਹਾਂ, ਜੇ ਸਿਰੋਂ ਪਾਉ ਵੀ ਲੈਣਾ ਨਾ ਭਾਈ, ਇੱਕ ਬੇਨਤੀ ਹੈ, ਇਹਨੂੰ ਦੂਜੇ ਪਾਸੇ ਨੈਗੇਟਿਵ ਪਾਸੇ ਨਹੀਂ ਲੈ ਕੇ ਜਾਣਾ, ਇਹ ਸਮਝਣ ਵਾਲੀ ਗੱਲ ਹੈ। ਜੇ ਸਿਰੋਂ ਪਾਉ ਹੀ ਲੈਣਾ ਹੈ ਗੁਰੂ ਘਰ ਤੋਂ, ਕੋਈ ਗੱਲ ਨਹੀਂ ਹੈ, ਗੁਰੂ ਘਰ ਦੇ ਵਿੱਚ ਜਾਓ, ਪਰਚੀ ਕਟਾਓ, ਰਸੀਦ ਕਟਾਓ, ਉਹ ਕਟਾ ਕਰਕੇ ਤੁਹਾਨੂੰ ਸਿਰੋਂ ਪਾਉ ਮਿਲੇਗਾ, ਉਹ ਸਿਰੋਂ ਪਾ ਲੈ ਕੇ ਆਓ, ਇੱਥੇ ਅਰਦਾਸ ਹੋ ਜਾਵੇਗੀ, ਉਹ ਤੁਹਾਡੇ ਗਲ ਵਿੱਚ ਪਾਇਆ ਜਾਵੇਗਾ। ਲੇਕਿਨ ਕਈ ਵਾਰੀ ਪਿਆਰਿਓ ਕੀ ਹੁੰਦਾ, ਅਹੰਕਾਰ ਵਸ ਮਾਇਆ ਤਾਂ ਨਹੀਂ ਖਰਚਣੀ ਹੈ, ਲੇਕਿਨ ਗੁਰੂ ਘਰ ਦੇ ਉੱਤੇ ਪਹਾੜ ਜਲੂੜ ਚਲਾਉਣਾ, ਇੱਥੇ ਆ ਕਰਕੇ ਫਿਰ ਕਈ ਵੀ ਕਿਹਨੂੰ ਵੀ ਉਠਾ ਕਰਕੇ ਲੈ ਕੇ ਆ ਜਾਂਦੇ ਪਿਆਰਿਓ। ਕਈ ਵਾਰੀ ਇਹ ਹਰ ਵਾਰੀ ਉਹਨਾਂ ਨੂੰ ਸਿਰੋਂ ਪਾਉ ਦੇ ਵੀ ਦਿੱਤਾ ਜਾਂਦਾ, ਲੇਕਿਨ ਉਹ ਕੀ ਕਰਦੇ ਪਿਆਰਿਓ, ਮਾਫ ਕਰਨਾ ਆਪ ਸਾਰਿਆਂ ਨੂੰ ਪਤਾ ਹੈ। ਕਈ ਵਾਰੀ ਇੰਟਰਨੈਟ ਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਤਸਵੀਰਾਂ ਵੀ ਆਈਆਂ, ਉਹੀ ਮਹਾਰਾਜ ਜੀ ਦਾ ਅੰਗੀਕਾਰ ਕੀਤਾ ਹੋਇਆ ਸਿਰੋਂ ਪਾਉ ਪਿਆਰਿਓ। ਜੇ ਆਪ ਜੀ ਬਾਜ਼ਾਰ ਦੇ ਵਿੱਚ ਖਰੀਦਣ ਵਾਸਤੇ ਜਾਓ ਨਾ, ਇੱਕ ਸਿਰੋਂ ਪਾਉ ਘੱਟ ਤੋਂ ਘੱਟ 50, 500, 1000 ਰੁਪਏ ਦਾ, ਕਈ ਤਾਂ 2-2, 3-3 ਹਜ਼ਾਰ ਦੇ ਰੁਮਾਲੇ ਹੁੰਦੇ ਹਨ। ਉਹ ਰੁਮਾਲਾ ਗਲ ਵਿੱਚ ਪਾ ਦੇਣਾ, ਤੁਰੰਤ ਉਹਨੂੰ ਲਾ ਦੇਣਾ, ਲਾ ਕਰਕੇ ਪਿਆਰਿਓ ਫਿਰ ਕਈ ਥਾਵਾਂ ਤੇ ਗੰਦੀਆਂ ਥਾਵਾਂ ਤੇ ਉਹਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤਾਂ ਪਿਆਰਿਓ ਤੁਸੀਂ ਪਾਪ ਦੇ ਭਾਗੀਦਾਰ ਬਣ ਰਹੇ ਹੋ। ਇਹ ਬੇਸ਼ੱਕ ਜਾਣ ਬੁੱਝ ਕੇ ਨਹੀਂ, ਲੇਕਿਨ ਕੁਝ ਪਾਪ ਅਣਜਾਣੇ ਵਿੱਚ ਵੀ ਹੋ ਜਾਂਦੇ। ਮਾਫ ਕਰਨਾ, ਕਈਆਂ ਦੇ ਘਰਾਂ ਦੇ ਵਿੱਚ ਪਿਆਰਿਓ ਇੰਨੇ ਸਿਰੋਂ ਪਾ ਰੁਮਾਲੇ ਭਰੇ ਹੋਏ ਹਨ, ਤੇ ਫਿਰ ਕੀ ਕਰਦੇ, ਉਹਨੂੰ ਵੀ ਫਿਰ ਕਈ ਵਾਰੀ ਬਹੁਤ ਦਾਸ ਕਹਿ ਨਹੀਂ ਸਕਦਾ, ਆਪ ਸਾਰਿਆਂ ਨੂੰ ਪਤਾ ਜਿੰਨੇ ਵੀ ਸੁਣਨ ਵਾਲੇ, ਫਿਰ ਉਹਦਾ ਦੁਰਵਰਤੋਂ ਕਰਨੀ ਹੈ, ਗਲਤ ਵਰਤੋਂ ਕਰਨੀ ਹੈ, ਕੋਈ ਕਿੱਥੇ ਪੂੰਜਾ ਲਾਉਣ ਵਾਸਤੇ, ਕੋਈ ਕੁਛ। ਆਪਾਂ ਪਿਆਰਿਓ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕਹਿ ਨਹੀਂ ਸਕਦੇ ਹਾਂ, ਲੇਕਿਨ ਇਹ ਸਭ ਕੁਛ ਹੁੰਦਾ ਆਪ ਜੀ ਨੂੰ ਪਤਾ ਹੈ।
ਇਸ ਕਰਕੇ ਪਿਆਰਿਓ ਇਹਨਾਂ ਚੀਜ਼ਾਂ ਤੋਂ ਕਾਦੀ ਸ਼ਾਨ ਮਾਰਨੀ ਹੈ ਭਾਈ। ਗੁਰੂ ਘਰ ਦੇ ਵਿੱਚ ਵੀ ਕੀ ਹੋ ਗਿਆ ਜੀ, ਸਰੋਪਾ ਪੈ ਗਿਆ ਤਾਂ ਕੋਈ ਵੱਡਾ ਨਹੀਂ ਬਣ ਜਾਂਦਾ। ਸਿੱਧੀ ਜੀ ਗੱਲ ਹੈ, ਨਿਮਰਤਾ ਧਾਰਨ ਕਰੋ। ਹਾਂ, ਜੇ ਲੈਣਾ ਹੀ ਹੈ ਤੇ ਗੁਰੂ ਘਰ ਦੇ ਉੱਤੇ ਪਹਾੜ ਕਿਉਂ ਚੜਾਉਣਾ? ਜੇ ਸਰੋਪਾ ਉਹਦਾ ਤੁਹਾਨੂੰ ਲੱਗਦਾ ਹੀ ਚਾਹੀਦਾ, ਅਰਦਾਸ ਕਰਾਓ ਤੇ ਉਹ ਮਾਇਆ ਜਿਹੜੀ ਹੈ ਗੁਰੂ ਘਰ ਦੇ ਵਿੱਚ ਵੀ ਤਾਂ ਜਮਾ ਹੋਵੇ। ਮੁਫਤ ਦੇ ਵਿੱਚ ਆ ਕਰਕੇ ਪਿਆਰਿਓ ਫਿਰ ਕਹਿਣਾ ਕੁਛ ਵੀ ਨਹੀਂ ਹੈ ਤੇ ਫਿਰ ਘੂਰਨਾ, ਫਿਰ ਕਹਿਣਾ ਜੀ 10 ਪਾਓ 20 ਪਾਓ ਤੇ ਲੈ ਕਰਕੇ ਉਹਦੀ ਦੁਰਵਰਤੋਂ ਕਰਨੀ ਪਿਆਰਿਓ, ਇਹ ਫਿਰ ਆਪਾਂ ਪਾਪਾਂ ਦੇ ਭਾਗੀ ਬਣਦੇ ਹਾਂ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਗੁਰੂ ਘਰ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਤੇ ਸਿਰੋਂ ਪਾਓ ਪਿਆਰਿਓ ਇੱਕ ਸਨਮਾਨ ਹੈ। ਤੇ ਸਿਰੋਂ ਪਾਓ ਜਿਹੜਾ ਸਿਰ ਤੋਂ ਲੈ ਕਰਕੇ ਪੈਰ ਤੱਕ ਜਿਹੜਾ ਢੱਕਿਆ ਜਾਂਦਾ, ਗੁਰੂ ਘਰ ਤੋਂ ਕਿਹਨਾਂ ਨੂੰ ਵਡਿਆਈ ਦਿੱਤੀ ਜਾਂਦੀ ਨਾ, ਉਹਨੂੰ ਸਿਰੋਂ ਪਾਓ ਕਹਿੰਦੇ ਹਨ। ਤੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਤੈਨੂੰ ਵਡਿਆਈ ਦੇਣੀ ਹੈ, ਤੈਨੂੰ ਸਿਰੋਂ ਪਾਓ ਦੇਣਾ ਹੈ। ਕਿਉਂਕਿ ਕੋਈ ਕੰਮ ਕਰੋ ਤੇ ਉਹਨੂੰ ਫਿਰ ਜਦੋਂ ਵਡਿਆਈ ਦਿੰਦੇ ਆ, ਸਿਰੋਂ ਪਾ ਦਿੰਦੇ ਆ। ਵਡਿਆਈ ਦਾ ਵੀ ਪਿਆਰਿਓ ਇਹੀ ਮਤਲਬ ਹੈ। ਮਹਾਰਾਜ ਨੇ ਕਿਹਾ ਕਿ ਤੇਰੇ ਪਿਤਾ ਦੀ ਵਡਿਆਈ ਹੁਣ ਤੈਨੂੰ ਦੇਣੀ ਹੈ। ਚੌਪਈ ਸੁਨ ਸ਼ਹਿਜ਼ਾਦੇ ਹਿਰਦੇ ਵਿਚਾਰੀ, ਸੁਣ ਕਰਕੇ ਸ਼ਹਿਜ਼ਾਦੇ ਨੇ ਮਨ ਵਿੱਚ ਵਿਚਾਰ ਕਰਨੀ ਕੀਤੀ। ਸ੍ਰੀ ਪ੍ਰਭ ਸੋ ਪੁਨ ਗਿਰਾ ਉਚਾਰੀ, ਸਤਿਗੁਰੂ ਮਹਾਰਾਜ ਜੀ ਦੇ ਤਾਂ ਹੀ ਸ਼ਹਿਜ਼ਾਦੇ ਨੇ ਬਚਨ ਕੀਤਾ। ਬਿਤ ਮੇਰੇ ਕੋ ਦੀਨੋ ਜੈਸੇ, ਉਹਨੇ ਵੀ ਕਿਹਾ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਭਾਈ ਤੈਨੂੰ ਦੇਣਾ ਚਾਹੁੰਦੇ ਆ ਸਿਰੋਂ ਪਾਓ, ਤੂੰ ਦੱਸ ਭਾਈ ਕਿਸ ਤਰ੍ਹਾਂ ਸਿਰੋਂ ਪਾਓ, ਕਿਹੜਾ ਸਿਰੋਂ ਪਾਓ ਤੂੰ ਲੈਣਾ ਚਾਹੁੰਦਾ। ਤੇ ਹੁਣ ਸ਼ਹਿਜ਼ਾਦਾ ਵੀ ਪਿਆਰਿਓ ਧਨਤਾ ਦੇ ਯੋਗ ਹੈ। ਉਹਨੇ ਕਿਹਾ ਮਹਾਰਾਜ ਜਿਸ ਤਰ੍ਹਾਂ ਮੇਰੇ ਬਾਪ ਨੂੰ ਦਿੱਤਾ, ਮੇਰੇ ਪਿਓ ਨੂੰ ਦਿੱਤਾ ਨਾ ਸਿਰੋਂ ਪਾਓ, ਉਹੀ ਸਿਰੋਂ ਪਾਓ ਜਿਹੜਾ ਹੈ ਉਹ ਮੈਨੂੰ ਵੀ ਆਪ ਜੀ ਦੇਣਾ ਕਰੋ। ਮਹਾਰਾਜ ਜੀ ਨੇ ਕਿਹਾ ਨਾ ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਤੂੰ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਆਪ ਜੀ ਮਹਾਰਾਜ ਹਰ ਪ੍ਰਭ ਮੇਰੇ ਬਾਬਲਾ, ਹਰ ਦੇਹੋ ਦਾਨ ਮੈਂ ਦਾਜੋ, ਹਰ ਕਪੜੋ ਹਰ ਸੋਭਾ ਦੇਵਹੋ, ਜਿਤ ਸਵਰੈ ਮੇਰਾ ਕਾਜੋ। ਪਰਮਾਤਮਾ ਦੇ ਨਾਮ ਰੂਪੀ ਕਪੜਾ ਦਿਓ, ਹਰ ਪਰਮਾਤਮਾ ਦੀ ਸ਼ੋਭਾ ਰੂਪੀ ਕਪੜਾ ਦੇਣਾ ਕਰੋ। ਇਹੋ ਜਿਹਾ ਕਪੜਾ, ਇਹੋ ਜਿਹਾ ਸਰੋਪਾ ਦਿਓ ਜਿਸ ਕਰਕੇ ਲੋਕ ਤੇ ਪਰਲੋਕ ਦੇ ਵਿੱਚ ਉਹ ਸਰੋਪਾ ਮੇਰੇ ਨਾਲ ਜਾਵੇ, ਉਹ ਸਰੋਪਾ ਮੇਰੇ ਅੰਗ ਸੰਗ ਰਵੇ। ਇਹੋ ਜਿਹਾ ਸਰੋਪਾ ਦਿਓ। ਕਿਰਪਾ ਧਾਰ ਦੀਜੈ ਮੁਝ ਤੈਸੇ, ਕਿਰਪਾ ਧਾਰ ਕੇ ਸਤਿਗੁਰੂ ਮਹਾਰਾਜ ਉਹ ਸਿਰੋਪਾਓ ਸਾਨੂੰ ਦਿੱਤਾ ਜਾਵੇ। ਤੇਰੇ ਪਿਤਾ ਜਾਚ ਕੇ ਲੀਨੋ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਤੇਰੇ ਪਿਓ ਨੇ, ਤੈਨੂੰ ਪਤਾ ਨਹੀਂ ਬੇਟਾ, ਲੇਕਿਨ ਤੇਰੇ ਪਿਓ ਨੇ ਕਹਿ ਕਰਕੇ ਮੰਗ ਕਰਕੇ ਲਿਆ। ਅਗਨ ਦਾਹ ਤੇ ਕੋ ਹਮ ਦੀਨੋ, ਉਹਨੂੰ ਤਾਂ ਫਿਰ ਅਸਾਂ ਨੇ ਅਗਨ ਦਾਹ ਕਰ ਦਿੱਤਾ। ਉਹਨੇ ਆਪ ਕਿਹਾ ਤੇ ਮਹਾਰਾਜ ਜੀ ਇਸ਼ਾਰਾ ਕਰ ਰਹੇ ਹਨ। ਕਿਉਂਕਿ ਭਾਈ ਮਰਦਾਨਾ ਜੀ ਪਿਆਰਿਓ ਜਦੋਂ ਆਏ ਸੀ ਨਾ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਇਹ ਇਹਨਾਂ ਦਾ ਕੰਮ ਸੀ। ਤੇ ਸਤਿਗੁਰੂ ਮਹਾਰਾਜ ਜੀ ਦੇ ਵੰਸ਼ ਦੇ, ਵੇਦੀ ਵੰਸ਼ ਦੇ ਪਿਆਰਿਓ ਇਹ ਡੂਮ ਸਨ, 84 ਸਨ। ਅੱਜ ਤਾਂ ਇਹ ਪ੍ਰਥਾ ਜੋ ਹੈ ਖਤਮ ਹੋ ਗਈ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਇਹ ਬੋਲੀਆਂ ਪਾਉਣੀਆਂ, ਕੁਰਸੀਨਾਮਾ ਦੱਸਣਾ, ਜ਼ਿਆਦਾ ਕਰਕੇ ਵਿਆਹ ਸ਼ਾਦੀ ਆਦਿਕ ਦੇ ਵਿੱਚ ਇਹ 84 ਹੁੰਦੇ ਸਨ। ਤੇ ਡੂਮ ਹੁੰਦੇ, ਇਹਨਾਂ ਦਾ ਕੰਮ ਹੁੰਦਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਾ ਕਰਕੇ ਉਹਨਾਂ ਦੀ ਉਸਤਤੀ ਕਰਨੀ ਹੈ, ਉਹਨਾਂ ਦਾ ਕੁਰਸੀਨਾਮਾ ਪੜ੍ਹਨਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਮਰਦਾਨਿਆ ਆ ਜੋ ਕੁਰਸੀਨਾਮਾ ਪੜ੍ਹਦਾ, ਝੂਠੀਆਂ ਤੂੰ ਉਸਤਤੀ ਕਰਦਾ। ਕਿਉਂਕਿ ਸਿੱਧੀ ਜੀ ਗੱਲ ਹੁੰਦੀ ਹੈ, ਜਦੋਂ ਵਿਆਹ ਸ਼ਾਦੀ ਹੁੰਦੇ ਸਨ 84 ਕੀ ਕਰਦੇ, ਜਾ ਕਰਕੇ ਬਹੁਤ ਵਧਾ ਚੜਾ ਕਰਕੇ, ਇਹਦਾ ਪਿਓ ਜੀ ਬੜਾ ਦਾਨੀ ਸੀ, ਭਾਵੇਂ ਕਿ 1 ਨੰਬਰ ਦਾ ਜਿਹੜਾ ਹੈ ਫਾਲਤੂ ਬੰਦਾ ਹੋਵੇ, ਗਲਤ ਕੰਮ ਕਰਦਾ ਹੋਵੇ, ਲੇਕਿਨ ਫਿਰ ਵੀ ਉਹਦੀ ਉਸਤਤੀ ਕਰਨੀ ਹੈ। ਆਪਾਂ ਪਿਆਰਿਓ ਅਕਸਰ ਵੇਖਦੇ ਹਾਂ, ਇਹ ਸੰਸਾਰ ਦੀ ਰੀਤੀ ਹੈ। ਜਿੰਨਾ ਬੰਦਾ ਜਿਹੜਾ ਚਾਪਲੂਸੀ ਕਰਦਾ, ਤੁਸੀਂ ਝੋਲੀ ਚੁੱਕੋ, ਚਾਪਲੂਸੀ ਕਰੋ ਤੇ ਤੁਹਾਨੂੰ ਉਨੀ ਵੱਡੀ ਵਡਿਆਈ ਮਿਲਦੀ ਹੈ। ਜਿਹੜਾ ਸੱਚ ਬੋਲਦਾ, ਜਿਹੜਾ ਚਾਪਲੂਸੀ ਆਦਿਕ ਨਹੀਂ ਕਰਦਾ ਨਾ, ਉਹਨੂੰ ਕੋਈ ਲਾਗੇ ਵੀ ਨਹੀਂ ਲੱਗਣ ਦਿੰਦਾ। ਜਿਹੜੇ ਚਾਪਲੂਸ ਹੁੰਦੇ ਹਨ, ਚਮਚਾਗਿਰੀ ਕਰਨ ਵਾਲੇ, ਉਹਨਾਂ ਨੂੰ ਪਿਆਰਿਓ ਕਈ ਵਾਰੀ ਵੇਖਦੇ ਹਾਂ ਕਿ ਬਹੁਤ ਉਹ ਤਰੱਕੀ ਕਰ ਜਾਂਦੇ ਹਨ। ਇਸ ਤਰ੍ਹਾਂ ਹੀ ਇਹਨਾਂ ਦਾ ਵੀ ਪਿਆਰਿਓ, ਇਹਨਾਂ ਮਰਾਸੀਆਂ ਦਾ ਕੰਮ ਹੁੰਦਾ ਸੀ, ਚਾਪਲੂਸੀ ਕਰਨੀ ਹੈ, ਵਧਾ ਚੜਾ ਕਰਕੇ ਕਹਿਣਾ, ਝੂਠੀਆਂ ਉਸਤਤੀ ਕਰਨੀ ਹੈ, ਕਸੀਦੇ ਪੜ੍ਹਨੇ। ਮਹਾਰਾਜ ਨੇ ਕਿਹਾ ਵੇ ਮਰਦਾਨਿਆ
ਇੰਨੀ ਤੂੰ ਚਾਬਲੂਸੀ ਕਰਦਾ, ਝੂਠੀ ਉਸਤਤੀ ਕਰਦਾ, ਤੇ ਸੱਚ ਜਾਣ ਇਹ ਜੇ ਤੂੰ ਪਰਮਾਤਮਾ ਦੀ ਉਸਤਤੀ ਕਰੇਗਾ ਤੇ ਤੂੰ ਦਰਗਾਹ ਤੱਕ ਪਹੁੰਚ ਸਕਦਾ। ਤੇ ਫਿਰ ਭਾਈ ਮਰਦਾਨੇ ਨੇ ਕਿਹਾ, ਫਿਰ ਸਤਿਗੁਰੂ ਮਹਾਰਾਜ ਕਿਰਪਾ ਕਰੋ, ਮੈਂ ਉਸ ਸੱਚ ਦੀ ਉਸਤਤੀ ਕਿਸ ਤਰ੍ਹਾਂ ਕਰਨਾ ਕਰਾਂ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ ਹੈ, ਜਾ ਭਾਈ ਸਰੰਦੇ ਦੇ ਕੋਲ, ਉਥੋਂ ਜਾ ਕਰਕੇ ਆ ਮਾਇਆ ਲੈ ਤੇ ਜਾ ਕਰਕੇ ਉਥੋਂ ਰਬਾਬ ਜੋ ਹੈ ਉਹਨੂੰ ਲੈ ਕੇ ਆਉਣਾ ਕਰ। ਤੇ ਰਬਾਬ ਭਾਈ ਮਰਦਾਨਾ ਜੀ ਲੈ ਕੇ ਆਏ ਤੇ ਲਿਆ ਕਰਕੇ ਤੇ ਮਹਾਰਾਜ ਜੀ ਨੂੰ ਕਹਿੰਦੇ, ਮਹਾਰਾਜ ਇਹਦਾ ਮੈਂ ਕੀ ਕਰਨਾ ਕਰਾਂ, ਕਿਉਂਕਿ ਰਬਾਬ ਪਿਆਰਿਓ ਵਜਾਉਣਾ, ਤੰਤੀ ਸਾਜ਼ ਵਜਾਉਣਾ ਬਹੁਤ ਜ਼ਿਆਦਾ ਕਠਿਨ ਹੈ। ਕੀਰਤਨ ਵੀ ਕਰਨਾ, ਬੇਸ਼ੱਕ ਬਾਜੇ ਦੇ ਉੱਤੇ ਕੀਰਤਨ ਕਰਨਾ ਜਿਹੜੇ ਰਾਗੀ ਸਿੰਘ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਠੀਕ ਹੈ ਆਮ ਆਪਾਂ ਕਰ ਸਕਦੇ ਹਾਂ, ਲੇਕਿਨ ਤੰਤੀ ਸਾਜ਼ ਦੇ ਉੱਤੇ ਪਿਆਰਿਓ ਕੀਰਤਨ ਕਰਨਾ ਬਹੁਤ ਜ਼ਿਆਦਾ ਕਠਿਨ ਹੈ। ਅੱਜ ਤਾਂ ਗੁਰੂ ਘਰਾਂ ਦੇ ਵਿੱਚ ਵਾਜੇ ਵੱਜਦੇ ਹਨ, ਲੇਕਿਨ ਕੀਰਤਨ ਦੀ ਜਦੋਂ ਆਰੰਭਤਾ ਹੋਈ ਸੀ ਨਾ ਗੁਰੂ ਘਰਾਂ ਦੇ ਵਿੱਚ, ਤੰਤੀ ਸਾਜ਼ ਦੇ ਉੱਤੇ ਕੀਰਤਨ ਕੀਤਾ ਜਾਂਦਾ। ਤੇ ਰਬਾਬ ਹੋ ਗਈ, ਤਾਊਸ ਹੋ ਗਿਆ, ਵੀਣਾ ਹੋ ਗਈ ਹੈ, ਤੇ ਗਿਟਾਰ ਆਦਿਕ ਜਾਂ ਇਸ ਤਰ੍ਹਾਂ ਸਰੰਦਾ ਆਦਿਕ ਇਹ ਵਜਾਇਆ ਜਾਂਦਾ ਸੀ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਮੰਗਵਾਇਆ, ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਮੈਨੂੰ ਕੁਛ ਪਤਾ ਨਹੀਂ ਕੀ ਵਜਾਉਣਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਅੱਖ ਬੰਦ ਕਰ, ਸਤ ਕਰਤਾਰ ਬੋਲ। ਤੇ ਉਸ ਵੇਲੇ ਭਾਈ ਮਰਦਾਨੇ ਨੇ ਸਤ ਕਰਤਾਰ ਇਹ ਬਚਨ ਕਰਨਾ ਕੀਤਾ। ਫਿਰ ਮਹਾਰਾਜ ਜੀ ਨੇ ਕਿਹਾ, ਲੈ ਭਾਈ ਹੁਣ ਧੁਰ ਕੀ ਬਾਣੀ ਆਈ ਹੈ, ਜਿਸ ਤਰ੍ਹਾਂ ਅਸੀਂ ਸ਼ਬਦ ਦਾ ਗਾਇਨ ਕਰਾਂਗੇ, ਕੀਰਤਨ ਕਰਾਂਗੇ, ਤੂੰ ਨਾਲ ਰਬਾਬ ਵਜਾਈ ਜਾ, ਆਪੇ ਤੈਨੂੰ ਇਹ ਵਿਦਿਆ ਸਪੁਰਤ ਹੋ ਜਾਵੇਗੀ, ਆਪੇ ਤੈਨੂੰ ਵਿਦਿਆ ਦਾ ਪਤਾ ਚੱਲ ਜਾਵੇਗਾ। ਉਸ ਵੇਲੇ ਸਤਿਗੁਰੂ ਮਹਾਰਾਜ ਪਿਆਰਿਓ ਇੱਕ ਬਗੀਚੇ ਦੇ ਵਿੱਚ ਉਜਾੜ ਦੇ ਵਿੱਚ ਬੈਠੇ ਹੋਏ ਸਨ, ਤੇ ਜਦੋਂ ਪਹਿਲੀ ਵਾਰੀ ਅੱਖਾਂ ਬੰਦ ਕਰਕੇ, ਹਾਲੇ ਤੱਕ ਭਾਈ ਮਰਦਾਨੇ ਨੂੰ ਪਤਾ ਨਹੀਂ ਹੈ ਰਬਾਬ ਕਿਸ ਤਰ੍ਹਾਂ ਵਜਾਈਦੀ ਹੈ, ਕਿਸ ਤਰ੍ਹਾਂ ਫੜੀਦਾ ਹੈ, ਲੇਕਿਨ ਮਹਾਰਾਜ ਜੀ ਦੇ ਕਹਿ ਮੁਤਾਬਕ ਸਤ ਕਰਤਾਰ ਕਹਿ ਕਰਕੇ ਰਬਾਬ ਦੀਆਂ ਤਾਰਾਂ ਜਦੋਂ ਭਾਈ ਨੇ ਛੇੜਨੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਗੂੰਜ ਲਾ ਦਿੱਤੀ ਹੈ। ਉਸ ਵੇਲੇ ਪਿਆਰਿਓ ਜਿਹੜੇ ਮੌਸਮ ਦੇ ਵਿੱਚ ਨਹੀਂ ਸਨ ਉਹ ਵੀ ਫੁੱਲ ਖਿੜ ਗਏ। ਦਰਖਤਾਂ ਦੇ ਵਿੱਚੋਂ ਪਿਆਰਿਓ ਰਸ ਚੂਣਾ ਸ਼ੁਰੂ ਹੋ ਗਿਆ। ਸਾਰੇ ਪੰਛੀ ਆ ਕਰਕੇ ਦਰਖਤਾਂ ਤੇ ਬੈਠ ਗਏ। ਸਾਰਿਆਂ ਨੇ ਕੀਰਤਨ ਦਾ ਆਨੰਦ ਪ੍ਰਾਪਤ ਕਰਨਾ ਕੀਤਾ। ਪਸ਼ੂ ਵੀ, ਹਿਰਨ ਆਦਿਕ, ਸੱਪ ਆਦਿਕ ਵੀ ਆ ਕਰਕੇ ਪਿਆਰਿਓ ਬੈਠ ਗਏ। ਇਹ ਸਾਰੇ ਜਿਹੜੇ ਹਨ ਸ਼ਾਂਤ ਹੋ ਗਏ। ਇੰਜ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕੀਰਤਨ ਦੀ ਦਾਤ ਦਿੱਤੀ ਹੈ। ਮਹਾਰਾਜ ਜੀ ਨੇ ਕਿਹਾ, ਤੇਰੇ ਪਿਓ ਨੇ ਇਹ ਦਾਤ ਮੰਗ, ਕਹਿਣ ਲੱਗੇ ਹੁਣ ਭਾਈ ਤੂੰ ਚੱਲ ਕਰਕੇ ਉਹ ਅਸਥਾਨ ਤੇ ਤੂੰ ਰਹਿਣਾ ਕਰ ਖੁਰਮੇ ਦੇ ਵਿੱਚ। ਕੁਝ ਇਤਿਹਾਸਕਾਰਾਂ ਦਾ ਪਿਆਰਿਓ ਇਹ ਵੀ ਮਤ ਹੈ, ਜਦੋਂ ਭਾਈ ਮਰਦਾਨਾ ਜੀ ਚਲਾਣਾ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਲੜਕੇ ਨੂੰ, ਸ਼ਹਿਜ਼ਾਦੇ ਨੂੰ ਬੁਲਾ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਇਹਦੀ ਬਾਂਹ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਨੂੰ ਫੜਾਉਣੀ ਕੀਤੀ ਹੈ। ਇਹ ਵੀ ਪਿਆਰਿਓ ਮਰਿਆਦਾ ਹੁੰਦੀ ਸੀ ਪਹਿਲੇ ਗੁਰਸਿੱਖਾਂ ਦੇ ਵਿੱਚ ਕਿ ਕੋਈ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ ਗੁਰੂ ਘਰ ਦੇ ਵਿੱਚ ਸੇਵਾ ਕਰਦਾ, ਜਦੋਂ ਉਹਦਾ ਪਿਆਰਿਓ ਸਮਾਂ ਪੂਰਾ ਹੋ ਜਾਂਦਾ, ਅੰਤਲਾ ਸਮਾਂ ਆ ਜਾਂਦਾ, ਉਹ ਬਜ਼ੁਰਗ ਕੀ ਕਰਦੇ ਸਨ, ਆਪਣੇ ਬੱਚਿਆਂ ਦੀ ਬਾਂਹ ਫੜਾ ਦਿੰਦੇ ਸਨ ਸਤਿਗੁਰੂ ਮਹਾਰਾਜ ਜੀ ਨੂੰ ਕਿ ਸਤਿਗੁਰੂ ਮਹਾਰਾਜ ਕਿਰਪਾ ਕਰੋ, ਜਿਸ ਤਰ੍ਹਾਂ ਅਸੀਂ ਆਪ ਜੀ ਦੇ ਦਰ ਤੋਂ ਨਿਵਾਜੇ ਗਏ ਹਾਂ, ਸਾਡਾ ਕੋਈ ਭਰੋਸਾ ਨਹੀਂ ਹੈ ਅੱਗੇ ਚਲਾਣਾ ਕਰ ਜਾਣਾ, ਮਰ ਜਾਣਾ, ਲੇਕਿਨ ਸਾਡੇ ਪਰਿਵਾਰ ਦੇ ਵਿੱਚ ਇਹ ਸੇਵਾ ਬਣੀ ਰਵੇ। ਸਾਡੇ ਪਰਿਵਾਰ ਇਹ ਬੱਚਿਆਂ ਦੀ ਆਪ ਜੀ ਬਾਂਹ ਫੜਨਾ ਕਰੋ, ਇਹਨਾਂ ਤੋਂ ਆਪ ਜੀ ਸੇਵਾ ਲੈਣਾ ਕਰੋ ਪਿਆਰਿਓ। ਅੱਜ ਵੀ ਕਈ ਅਸਥਾਨਾਂ ਤੇ ਆਪਾਂ ਵੇਖਦੇ ਹਾਂ, ਤਖਤ ਸਾਹਿਬ ਤੇ ਵੀ ਹੋ ਗਿਆ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਪਿਆਰਿਓ ਕਈ ਇਹੋ ਜਿਹੇ ਸੇਵਕ ਹਨ, ਪੋਸ਼ਤ ਦਰ ਪੋਸ਼ਤ ਉਹਨਾਂ ਦੀ ਸੇਵਾ ਹੈ, ਪੱਕੀ ਸੇਵਾ, ਨਿਸ਼ਕਾਮ ਸੇਵਾ। ਉਹ ਆਉਂਦੇ ਹਨ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਆ ਕਰਕੇ, ਜਦੋਂ ਆਪਾਂ ਵੇਖਦੇ ਹਾਂ ਉਹ ਕਈ ਵਾਰੀ ਗੁਰਮੁਖ ਦੱਸ ਦਿੰਦੇ ਕਿ ਜਦੋਂ ਸਾਨੂੰ ਸੋਝੀ ਹੈ ਸਾਡਾ ਦਾਦਾ ਕਹਿੰਦਾ ਸੀ, ਉਹ ਤੋਂ ਵੀ ਉਹਦਾ ਦਾਦਾ ਪੜਦਾਦਾ ਜਿਹੜਾ ਹੈ ਉਹ ਵੀ ਇਹ ਸੇਵਾ ਕਰਦਾ। ਉਹਨਾਂ ਦੀ ਸੇਵਾ ਚਲੀ ਆ ਰਹੀ ਹੈ, ਲੇਕਿਨ ਨਿਸ਼ਕਾਮ ਭਾਵਨਾ ਦੇ ਨਾਲ ਕੋਈ ਲੰਗਰ ਦੇ ਵਿੱਚ ਕਰਦਾ, ਉਹ ਵੀ ਸੇਵਾ ਕਰਦਾ, ਫਿਰ ਬਾਅਦ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਲਾ ਦਿੰਦੇ ਹਨ। ਅੱਜ ਪਿਆਰਿਓ ਇਹ ਗੱਲ ਦੀ ਲੋੜ ਹੈ, ਅੱਜ ਵੀ ਸਾਨੂੰ ਵੀ ਚਾਹੀਦਾ ਕਿ ਆਉਣ ਵਾਲੀ ਜੋ ਪਨੀਰੀ ਹੈ, ਆਉਣ ਵਾਲੀ ਜੋ ਪੀੜ੍ਹੀ ਹੈ, ਉਹਨਾਂ ਨੂੰ ਵੀ ਗੁਰੂ ਘਰ ਦੇ ਨਾਲ ਆਪਾਂ ਨੂੰ ਜੋੜਨ ਦਾ ਯਤਨ ਕਰਨਾ ਚਾਹੀਦਾ। ਕਈ ਵਾਰੀ ਪਿਆਰਿਓ ਮਾਤਾ ਪਿਤਾ
ਇਹ ਕਹਿ ਦਿੰਦੇ ਹਨ ਜੀ ਬੱਚੇ ਆਖੇ ਨਹੀਂ ਲੱਗਦੇ, ਬੱਚੇ ਨਹੀਂ ਮੰਨਦੇ ਜੀ, ਪਾਠ ਕਰਾਉਣਾ ਚਾਹੁੰਦੇ ਆ ਪਾਠ ਨਹੀਂ ਕਰਦੇ ਹਨ। ਕਿਸ ਤਰ੍ਹਾਂ ਕਰਨਗੇ ਪਿਆਰਿਓ, ਕਿਉਂਕਿ ਆਦਤ ਤੁਸਾਂ ਨੇ ਨਹੀਂ ਪਾਈ ਹੈ। ਬਚਪਨ ਤੋਂ ਉਹਨਾਂ ਨੂੰ ਆਦਤ ਪਾਓ, ਬਚਪਨ ਤੋਂ ਉਹਨਾਂ ਨੂੰ ਲੈ ਕੇ ਆਓ, ਚੱਲ ਭਾਈ ਜੋ ਮਰਜ਼ੀ ਹੋਏ ਗੁਰੂ ਘਰ ਦੇ ਵਿੱਚ ਚੱਲ। ਤੇ ਪਿਆਰਿਓ ਆਦਤ ਜੇ ਬਣ ਜਾਵੇਗੀ ਨਾ, ਫਿਰ ਉਹਨਾਂ ਨੂੰ ਚਸਕਾ ਲੱਗ ਜਾਵੇਗਾ। ਫਿਰ ਤੁਸੀਂ ਨਾ ਵੀ ਕਿਉਂ, ਫਿਰ ਤੁਸੀਂ ਕਹਿ ਦਿਓ ਬੇਟਾ ਅੱਜ ਨਾ ਜਾ, ਫਿਰ ਬੱਚੇ ਨੇ ਆਪ ਕਹਿਣਾ ਕੋਈ ਗੱਲ ਨਹੀਂ ਹੈ ਪਿਤਾ ਜੀ ਤੁਸੀਂ ਰੁਕ ਜਾਓ, ਮੈਂ ਮੱਥਾ ਟੇਕ ਕੇ ਆਉਣਾ ਹੈ। ਉਹਨਾਂ ਨੂੰ ਲਾਉਣਾ ਪੈਂਦਾ ਤੇ ਲਾਓ ਉਹਨਾਂ ਨੂੰ। ਗੁਰਬਾਣੀ ਵੀ ਕਿਉਂਕਿ ਜਦੋਂ ਵੱਡੇ ਹੋ ਜਾਂਦੇ ਕਈ ਵਾਰੀ ਕਹਿ ਦਿੰਦੇ ਜੀ ਸਕੂਲ ਦੀ ਪੜ੍ਹਾਈ ਇੰਨੀ ਜ਼ਿਆਦੀ ਹੋ ਗਈ, ਬੱਚੇ ਪੜ੍ਹਦੇ ਨਹੀਂ ਗੁਰਬਾਣੀ ਦਾ। ਨਹੀਂ ਪਿਆਰਿਓ, ਸਾਡਾ ਇਹ ਵਿਰਸਾ ਹੈ, ਸਾਡੀ ਮਾਂ ਬੋਲੀ ਹੈ ਪੰਜਾਬੀ, ਉਹਨੂੰ ਵੀ ਵੱਧ ਤੋਂ ਵੱਧ ਬੋਲਣਾ ਚਾਹੀਦਾ। ਤੇ ਗੁਰਮੁਖੀ ਅੱਖਰ ਜਿਹੜੇ ਹਨ ਸਾਨੂੰ ਸਿੱਖਣੇ ਚਾਹੀਦੇ ਤੇ ਆਪਣੇ ਬੱਚਿਆਂ ਨੂੰ ਸਿਖਾਉਣੇ ਚਾਹੀਦੇ ਹਨ। ਬਚਪਨ ਤੋਂ ਪਾਓ ਉਹਨਾਂ ਨੂੰ, ਕਿਉਂਕਿ ਛੋਟੀ ਉਮਰ ਦੇ ਵਿੱਚ ਬੱਚਾ ਜਿਹੜਾ ਹੈ, ਜਿਸ ਤਰ੍ਹਾਂ ਕਿ ਵੇਲ ਹੁੰਦੀ ਨਾ, ਆਪਨੇ ਵੇਖਿਆ ਹੋਵੇਗਾ, ਬੜੀ ਪਿਆਰਿਓ ਕੋਮਲ ਹੁੰਦੀ, ਕਰੂੰਬਲੀ ਹੁੰਦੀ ਹੈ, ਉਹਨੂੰ ਜਿਸ ਪਾਸੇ ਮੋੜ ਦੋ ਨਾ ਵੇਲ ਉਸ ਪਾਸੇ ਚੜ ਜਾਂਦੀ ਹੈ। ਉਹਨੂੰ ਧਰਤੀ ਪਾਸੇ ਲਾ ਦਿਓ, ਉਹਨੇ ਧਰਤੀ ਤੇ ਫੈਲ ਜਾਣਾ। ਦਰਖਤ ਦੇ ਉੱਤੇ ਉਹਨੂੰ ਚੜਾ ਦਿਓ, ਦਰਖਤ ਦੇ ਉੱਤੇ ਚੜ ਜਾਂਦੀ ਹੈ। ਕੋਠੇ ਉੱਤੇ ਚੜਾਉਣਾ, ਕੋਠੇ ਉੱਤੇ ਚੜਾ ਦਿਓ। ਇਸ ਤਰ੍ਹਾਂ ਹੀ ਬਚਪਨ ਤੋਂ ਹੀ ਪਿਆਰਿਓ ਗੁਰੂ ਘਰ ਦੇ ਨਾਲ ਜੋੜਨਾ ਚਾਹੀਦਾ। ਜ਼ਿਆਦਾ ਨਹੀਂ ਬੱਚਿਆਂ ਨੂੰ ਕਿਉਂਕਿ ਹਾਜ਼ਰੀ ਲਾਓ, ਗੁਰੂ ਘਰ ਦੇ ਵਿੱਚ ਜਾਓ ਭਾਈ, 10-15 ਮਿੰਟ ਥੋੜਾ ਸਮਾਂ ਜਿਹੜਾ ਉਹ ਤੋਂ ਸ਼ੁਰੂਆਤ ਕਰੋ ਕਿ ਬੱਚਿਆ ਜਾ ਗੁਰੂ ਘਰ ਦੇ ਵਿੱਚ ਇੰਨਾ ਸਮਾਂ ਲਾਉਣਾ ਹੈ ਤੇ ਸੇਵਾ ਕਰਨੀ ਹੈ। ਇਸ ਤਰ੍ਹਾਂ ਕਰੋਗੇ ਨਾ ਤੇ ਪਿਆਰਿਓ ਸੱਚ ਜਾਣਿਓ ਬੱਚੇ ਵੀ ਗੁਰੂ ਘਰ ਦੇ ਨਾਲ ਜੁੜ ਕੇ ਰਹਿਣਗੇ। ਆਪਾਂ ਕੀ ਕਰਦੇ ਆ, ਇਹਨਾਂ ਉਮਰਾਂ ਦੇ ਵਿੱਚ ਧਿਆਨ ਨਹੀਂ ਦਿੰਦੇ। ਫਿਰ ਜਦੋਂ ਉਮਰ ਵੱਧ ਜਾਂਦੀ ਹੈ ਫਿਰ ਕਹਿੰਦੇ ਆ ਜੀ ਬੱਚੇ ਆਖੇ ਨਹੀਂ ਲੱਗਦੇ। ਨਹੀਂ ਪਿਆਰਿਓ, ਸਤਿਗੁਰੂ ਮਹਾਰਾਜ ਜੀ ਨੂੰ ਬਾਂਹ ਫੜਾਉਣੀ ਚਾਹੀਦੀ ਹੈ। ਬਚਪਨ ਤੋਂ ਇਸ ਪਾਸੇ ਲਾਓ ਤਾਂ ਗੱਲ ਬਣਦੀ ਹੈ। ਆ ਵੇਖਣਾ ਹੋਵੇ ਤੇ ਇਹ ਸਿੱਧੀ ਜੀ ਗੱਲ ਹੈ ਸਮਝਣ ਦੇ ਵਾਸਤੇ ਕਿ ਇਸਲਾਮੀ ਮਤ ਦੇ ਵਿੱਚ ਵੇਖਿਓ, ਮੁਸਲਮਾਨ ਵੀਰਾਂ ਨੂੰ ਵੇਖਿਓ, ਬਚਪਨ ਤੋਂ ਹੀ ਪਿਆਰਿਓ ਉਹ ਇਹੋ ਜਿਹਾ ਬੱਚਿਆਂ ਨੂੰ ਢਾਲ ਦਿੰਦੇ ਹਨ, ਆਪਣੇ ਧਰਮ ਦੇ ਵਿੱਚ ਪਰਪੱਕ ਕਰ ਦਿੰਦੇ। ਫਿਰ ਅੱਗੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਿ ਬੱਚਾ ਤੂੰ ਨਮਾਜ਼ ਪੜ੍ਹਨਾ ਕਰ। ਉਹ ਬਚਪਨ ਤੋਂ ਹੀ ਨਾ ਬੱਚਿਆਂ ਨੂੰ ਫਿਰ ਧਰਮ ਪਾਸੇ ਲਾਉਂਦੇ ਹਨ। ਸਾਨੂੰ ਵੀ ਚਾਹੀਦਾ ਹੈ। ਤੇ ਇਤਿਹਾਸਕਾਰ ਇਹ ਵੀ ਬਚਨ ਕਰਦੇ ਕਿ ਭਾਈ ਮਰਦਾਨਾ ਜੀ ਜਦੋਂ ਜੀਵਤ ਸਨ ਉਸੇ ਵੇਲੇ ਉਹਨਾਂ ਨੇ ਮਹਾਰਾਜ ਜੀ ਦੀ, ਆਪਣੇ ਸ਼ਹਿਜ਼ਾਦੇ ਦੀ ਬਾਂਹ ਮਹਾਰਾਜ ਜੀ ਨੂੰ ਫੜਾ ਦਿੱਤੀ। ਕਿਹਾ ਜਿਸ ਤਰ੍ਹਾਂ ਮਹਾਰਾਜ ਆਪਣੇ ਘਰੋਂ ਮੈਨੂੰ ਆਪ ਜੀ ਨੇ ਨਿਵਾਜਣਾ ਕੀਤਾ, ਇਹ ਰਬਾਬ ਦੀ ਸੇਵਾ, ਕੀਰਤਨ ਦੀ ਸੇਵਾ ਸਾਡੇ ਘਰ ਵਿੱਚ ਰਵੇ। ਉਸ ਤਰ੍ਹਾਂ ਹੀ ਆਪ ਜੀ ਆ ਜਿਹੜਾ ਹੈ ਸ਼ਹਿਜ਼ਾਦੇ ਨੂੰ ਵੀ ਨਿਵਾਜਣਾ ਕਰੋ। ਤੇ ਇਤਿਹਾਸਕਾਰ ਕਹਿੰਦੇ ਹਨ ਸ਼ਹਿਜ਼ਾਦਾ ਵੀ ਬਹੁਤ ਵੱਡਾ ਰਬਾਬੀ ਸੀ ਤੇ ਉਹ ਫਿਰ ਗੁਰੂ ਘਰ ਦੇ ਵਿੱਚ ਕੀਰਤਨ ਕਰਦਾ ਸੀ। ਅੱਜ ਵੀ ਪਿਆਰਿਓ ਭਾਈ ਮਰਦਾਨੇ ਦੀ ਅੰਸ਼ ਬੰਸ਼ ਜੋ ਹੈ ਉਹ ਪਾਕਿਸਤਾਨ ਦੇ ਵਿੱਚ ਮੌਜੂਦ ਹੈ। ਦਾਸ ਨੂੰ ਚੇਤੇ ਆ, ਅੱਜ ਤੋਂ ਤਕਰੀਬਨ 15-20 ਸਾਲ ਪਹਿਲੇ ਉਹਨਾਂ ਦੀ ਵੰਸ਼ਜ, ਉਹਨਾਂ ਦੀ ਜੋ ਪੀੜ੍ਹੀ ਜੋ ਹੈ ਭਾਈ ਮਰਦਾਨੇ ਦੀ, ਉਹ ਆਏ ਸਨ, ਮਿਰਾਸੀ ਹਨ। ਅੱਜ ਵੀ ਉਹ ਇਹ ਕਰਦੇ ਤੇ ਕਈ ਵਾਰੀ ਉਹ ਕੀਰਤਨ ਵੀ ਕਰਦੇ ਹਨ। ਉਹਨਾਂ ਨੇ ਆ ਕਰਕੇ ਮੰਗ ਕੀਤੀ ਸੀ ਕਿ ਭਾਈ ਅਸੀਂ ਦਰਬਾਰ ਸਾਹਿਬ ਦੇ ਵਿੱਚ, ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਨਾ, ਕਿਉਂਕਿ ਸਾਡੇ ਬਾਪ ਦਾਦੇ ਬਜ਼ੁਰਗ ਜਿਹੜੇ ਹਨ ਭਾਈ ਮਰਦਾਨਾ ਜੀ ਤੋਂ ਲੈ ਕਰਕੇ ਮਰਾਸੀ, ਸੱਤਾ ਬਲਵੰਡ ਜੀ ਆਦਿਕ, ਇਹ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਸਨ। ਤੇ ਸਿੱਖਾਂ ਨੇ ਕਿਹਾ, ਬਹੁਤ ਪਿਆਰਾ ਉਹਨਾਂ ਨੂੰ ਜਵਾਬ ਦਿੱਤਾ ਕਿ ਬੇਸ਼ੱਕ ਭਾਈ ਮਰਦਾਨਾ ਗੁਰੂ ਘਰ ਦੇ ਵਿੱਚ ਕੀਰਤਨ ਕਰਦਾ ਸੀ, ਗੁਰੂ ਘਰ ਦਾ ਪਹਿਲਾ ਕੀਰਤਨੀਆ ਹੋਇਆ, ਪਹਿਲਾ ਰਬਾਬੀ ਹੋਇਆ, ਲੇਕਿਨ ਭਾਈ ਮਰਦਾਨਾ ਮੁਸਲਮਾਨ ਨਹੀਂ ਸੀ, ਉਹਨੇ ਸਿੱਖੀ ਨੂੰ ਧਾਰਨ ਕੀਤਾ ਸੀ। ਉਹ ਗੁਰੂ ਕਾ ਸਿੱਖ ਸੀ, ਉਹ ਕੇਸਾ ਧਾਰੀ ਸੀ। ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਕੀਰਤਨ ਕਰਨਾ, ਤੁਸੀਂ ਵੀ ਗੁਰੂ ਕੇ ਸਿੰਘ ਸੱਜ ਜਾਓ, ਕਿਉਂਕਿ ਗੁਰੂ ਘਰ ਦੇ ਵਿੱਚ ਪਿਆਰਿਓ ਜੋ ਮਰਿਆਦਾ ਦੇ ਵਿੱਚ ਨਿਪੁੰਨ ਹਨ, ਬਾਣੀ ਬਾਣੇ ਦੇ ਧਾਰਨੀ ਹਨ, ਉਹਨਾਂ ਨੂੰ ਹੀ ਪਿਆਰਿਓ ਮਹਾਰਾਜ ਜੀ ਦੀ ਹਯਾਤੀ ਦੇ ਵਿੱਚ, ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕੋਈ ਕੀਰਤਨ ਕਰ ਸਕਦੇ। ਕੋਈ ਜਿਹੜਾ ਦਾੜੀ ਮੂੰਹ ਮੁੰਨਾ ਜਿਹੜਾ ਹੈ ਉਹ ਆ ਕਰਕੇ ਕਹਿ ਦਵੇ ਜੀ ਮੈਂ ਕੀਰਤਨ ਕਰਦਾ, ਨਹੀਂ ਪਿਆਰਿਓ ਇਹ ਮਰਿਆਦਾ ਨਹੀਂ। ਠੀਕ ਹੈ, ਜੇ ਤੇਰੇ ਅੰਦਰ ਭਾਵਨਾ ਹੀ ਹੈ ਭਾਈ ਕੀਰਤਨ ਤੂੰ ਕਰਨਾ ਚਾਹੁੰਦਾ ਤੇ ਫਿਰ ਸਾਬਤ ਸੂਰਤ ਦਸਤਾਰ ਸਿਰਾ ਤੇ ਗੁਰੂ ਕੀ ਮਰਿਆਦਾ ਦੇ ਵਿੱਚ ਤੂੰ ਆ, ਗੁਰੂ ਕਾ ਸਿੰਘ ਸੱਜ, ਅੰਮ੍ਰਿਤ ਦੀ ਦਾਤ ਲੈ, ਕੋਈ ਰੋਕ ਟੋਕ ਨਹੀਂ ਹੈ ਭਾਈ ਤੂੰ ਕੀਰਤਨ ਕਰਨਾ ਕਰ। ਕਈ ਪਿਆਰਿਓ ਇਸ ਤਰ੍ਹਾਂ ਹੀ ਫਿਰ ਕਈ ਬਖੇੜੇ ਖੜੇ ਕਰ ਦਿੰਦੇ
ਇਹਦਾ ਮਤਲਬ ਇਹ ਨਹੀਂ ਹੈ ਕੀਰਤਨ ਤੁਸੀਂ ਕਰ ਸਕਦੇ ਹੋ ਜਿਹੜੇ ਸਹਿਜ ਧਾਰੀ ਹਨ ਜਾਂ ਇਸ ਤਰ੍ਹਾਂ ਜਿਹੜੇ ਹਨ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ, ਕੀਰਤਨ ਤੁਸੀਂ ਕਰ ਸਕਦੇ ਹੋ, ਕੋਈ ਇਹਦੇ ਵਿੱਚ ਦੋ ਰਾਹ ਨਹੀਂ ਹੈ। ਲੇਕਿਨ ਗੁਰੂ ਘਰ ਦੇ ਵਿੱਚ, ਤਖਤਾਂ ਦੇ ਵਿੱਚ, ਧਾਮਾਂ ਦੇ ਵਿੱਚ, ਮਹਾਰਾਜ ਜੀ ਦੇ ਮੁੱਖ ਅਸਥਾਨਾਂ ਦੇ ਵਿੱਚ ਜਿਹੜਾ ਅੰਮ੍ਰਿਤਧਾਰੀ ਗੁਰੂ ਕਾ ਸਿੰਘ, ਉਹ ਵੀ 5 ਕਕਾਰਾਂ ਦੀ ਰਹਿਤ। ਕਈ ਵਾਰੀ ਪਿਆਰਿਓ ਮਾਫ ਕਰਨਾ, ਅਸੀਂ ਵੇਖਦੇ ਹਾਂ ਕਈ ਵਾਰੀ ਕਈ ਬਾਹਰੋਂ ਸੱਜਣ ਆ ਜਾਂਦੇ, ਕੀਰਤਨ ਦੀ ਹਾਜ਼ਰੀ ਵੀ ਲੈ ਲੈਂਦੇ, ਲੇਕਿਨ ਸਾਡੇ ਸੇਵਾਦਾਰਾਂ ਨੂੰ ਵੇਖਣਾ ਪੈਂਦਾ ਕਿ ਭਾਈ ਇਹਨੇ ਕਕਾਰ ਧਾਰਨ ਕੀਤੇ ਕਿ ਨਹੀਂ ਕੀਤੇ। ਕਈ ਕੀ ਕਰਦੇ ਜੀ, ਕੜਾ ਹੀ ਜਿਹੜਾ ਲਾ ਦਿੰਦੇ, ਕਹਿੰਦੇ ਜੀ ਤਬਲਾ ਵਜਾਉਣਾ, ਕੜਾ ਵੱਜਦਾ ਨਹੀਂ। ਪਿਆਰਿਓ ਜੋ ਮਰਜੀ ਹੋਵੇ, ਕੜਾ 5 ਕਕਾਰਾਂ ਦੇ ਧਾਰਨੀ ਬਣ ਕੇ ਅੰਦਰ ਆਉਣਾ। ਕਈ ਜਿਹੜੇ ਪਿਆਰਿਓ ਫਿਰ ਬਾਰ-ਬਾਰ ਦਾ ਪਜਾਮਾ ਆਦਿਕ ਪਾ ਲੈਂਦੇ, ਪਤਾ ਨਹੀਂ ਲੱਗਦਾ ਅੰਦਰੋਂ ਫਿਰ ਰੰਗੀਨ ਕਸ਼ਹਿਰਾ ਵੀ ਉਹ ਪਾ ਲੈਂਦੇ ਹਨ। ਉਹ ਕਹਿ ਦਿੰਦੇ ਕਿ ਵੀ ਕਸ਼ਹਿਰਾ ਤਾਂ ਪਾਇਆ, ਲੇਕਿਨ ਕਸ਼ਹਿਰੇ ਦੀ ਮਰਿਆਦਾ ਪਿਆਰਿਓ ਭਾਈਆਂ ਵਾਸਤੇ ਚਿੱਟਾ ਕਸ਼ਹਿਰਾ ਮਹਾਰਾਜ ਜੀ ਨੇ ਕਿਹਾ, ਤੇ ਚਿੱਟਾ ਕਸ਼ਹਿਰਾ ਨਹੀਂ ਹੁੰਦਾ। ਕਈ ਵਾਰੀ ਪਿਆਰਿਓ ਸਾਨੂੰ ਬਹੁਤ ਦਿੱਕਤ ਆਉਂਦੀ ਹੈ, ਤਖਤ ਸਾਹਿਬ ਦੇ ਵਿੱਚ ਸੇਵਾਦਾਰਾਂ ਨੂੰ ਵੀ ਬੜੀ ਦਿੱਕਤ ਆਉਂਦੀ, ਉਹਨਾਂ ਨੂੰ ਪਤਾ ਹੋਵੇਗਾ, ਵੇਖਣਾ ਪੈਂਦਾ, ਪੜਚੋਲਣਾ ਕਰਨੀ ਪੈਂਦੀ ਹੈ ਕਿ ਭਾਈ ਇਹਨੇ ਕਿਹੜਾ ਕਸ਼ਹਿਰਾ ਪਾਇਆ। ਸਾਡੇ ਮਹਾਂਪੁਰਖ ਹੋਇਆ ਕਰਦੇ ਸਨ ਮੀਤ ਜਥੇਦਾਰ ਸਾਹਿਬ ਗਿਆਨੀ ਮੋਹਨ ਸਿੰਘ ਜੀ, ਬਹੁਤ ਪਿਆਰਿਓ ਐਨ ਚੜ੍ਹਦੀ ਕਲਾ ਵਾਲੇ ਸਨ। ਨਿਰਭੀਕਤਾ ਦੇ ਵਿੱਚ ਕੋਈ ਗਲਤੀ ਕਰ ਦੇਵੇ ਸਿੱਧਾ ਉਹ ਟੋਕ ਦਿੰਦੇ, ਤੇ ਮਰਿਆਦਾ ਨੂੰ ਉਹਨਾਂ ਮਹਾਂਪੁਰਖਾਂ ਨੇ ਕਾਇਮ ਰੱਖਣਾ ਕੀਤਾ। ਤੇ ਸਿੰਘ ਦੱਸਦੇ ਸਨ ਪਿਆਰਿਓ ਬਹੁਤ ਐਨ ਪ੍ਰੇਮ ਦੇ ਨਾਲ ਕੀ ਕਰਨਾ, ਜਦੋਂ ਕੋਈ ਰਾਗੀ ਸਿੰਘ ਆਉਂਦਾ ਨਾ ਤੇ ਉਹਨੂੰ ਸਿਰੋਪਾ ਜਦੋਂ ਸ਼ੁਰੂਆਤ ਦੇ ਵਿੱਚ ਉਹਦੀ ਅਰਦਾਸ ਹੁੰਦੀ ਹੈ, ਅਰਦਾਸ ਹੋਣ ਦੇ ਵੇਲੇ ਹੀ ਅਰਦਾਸ ਕਰਕੇ ਜਦੋਂ ਸਰੋਪਾ ਪਾਉਣਾ ਜਾਂ ਉਸੇ ਵੇਲੇ ਜੁਗਤੀ ਮੁਕਤੀ ਦੇ ਨਾਲ ਵੇਖ ਲੈਂਦੇ ਸੀ ਹੱਥ ਲਾ ਕਰਕੇ ਇਹਨੇ ਕੰਗਾ ਰੱਖਿਆ ਕਿ ਨਹੀਂ ਰੱਖਿਆ। ਤੇ ਕਈ ਵਾਰ ਕੰਗਾ ਕਿੱਥੇ ਹੈ, ਤੇ ਕਈ ਕਹਿ ਦਿੰਦੇ ਨਹੀਂ ਬਾਬਾ ਜੀ ਕੰਗਾ ਭੁੱਲ ਗਏ ਜਾਂ ਜੇਬ ਦੇ ਵਿੱਚ ਹੈ। ਫਿਰ ਕਹਿ ਦੇਣਾ ਉਹਨਾਂ ਨੇ ਮਹਾਰਾਜ ਜੀ ਨੇ ਜੇਬ ਵਿੱਚ ਨਹੀਂ ਸਿਰ ਵਿੱਚ ਰੱਖਣ ਵਾਸਤੇ ਦਿੱਤਾ। ਕੰਗੇ ਦੇ ਧਾਰਨੀ ਬਣੋ, ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਛਕਿਆ ਕੋਈ ਗੱਲ ਨਹੀਂ ਹੈ, ਰਹਿਤ ਨਹੀਂ ਰੱਖੀ ਤੁਸੀਂ ਲਿਆਓ, ਫਿਰ ਨਰੀਅਲ ਪਤਾਸੇ ਲੈ ਕੇ ਆਓ ਤੇ ਭੁੱਲਾ ਚੁੱਕਾਂ ਦੀ ਰਹਿਤ ਦੀ ਅਰਦਾਸ ਕਰਾਉਣਾ ਕਰੋ। ਇਸ ਤਰ੍ਹਾਂ ਪਿਆਰਿਓ ਡਟ ਕੇ ਉਹਨਾਂ ਮਹਾਂਪੁਰਖਾਂ ਨੇ ਪੈਰਾ ਦਿੱਤਾ। ਮਰਦਾਨੇ ਕੇ ਹੋਏ ਸਮਾਨਾ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜਿਸ ਤਰ੍ਹਾਂ ਭਾਈ ਮਰਦਾਨਾ ਸੀ ਨਾ, ਸਾਡੇ ਵਾਸਤੇ ਸਹਿਜ਼ਾਦਿਆ ਉਹੀ ਹੋਵੇਗਾ ਤੂੰ। ਹੋਵੇ ਤਾਂ ਮਹਾਨ ਪ੍ਰਕਾਸ਼, ਤੇ ਖੁਰਮੇ ਦੇ ਵਿੱਚ ਤੁਹਾਡਾ ਬੜਾ ਪ੍ਰਕਾਸ਼ ਹੋਵੇਗਾ, ਬਹੁਤ ਤੁਹਾਡੀ ਚਲੇਗੀ, ਲੋਕੀ ਤੁਹਾਡਾ ਬਹੁਤ ਸਨਮਾਨ ਕਰਨਗੇ। ਸਦਾ ਕਰ ਆਪਨ ਆਵਾਸ, ਆਪਣਾ ਆਵਾਸ ਆਪਣਾ ਘਰ ਬਣਾ ਕਰਕੇ ਉਹਨਾਂ ਦਾ ਅਸਥਾਨ ਬਣਾਉਣਾ ਕਰ ਭਾਈ ਮਰਦਾਨੇ ਦਾ, ਤੇ ਉੱਥੇ ਤੁਸੀਂ ਟਿਕਣਾ ਕਰੋ, ਗੁਰੂ ਕੀ ਬਾਣੀ ਦਾ ਜਸ ਕਰਨਾ ਕਰੋ। ਪੁਨ ਜਿਉ ਮਨ ਵਹਿ ਕਰਿਓ ਤੈਸੇ, ਅਸੀਂ ਤਾਂ ਇਹ ਬਚਨ ਤੁਹਾਨੂੰ ਕੀਤਾ ਭਾਈ, ਤੁਹਾਡੇ ਅੱਗੇ ਮਨ ਦੀ ਗੱਲ ਹੈ, ਜਿਸ ਤਰ੍ਹਾਂ ਤੁਹਾਡੀ ਮਨ ਦੀ ਭਾਵਨਾ ਸਾਡੇ ਮਨ ਦੇ ਵਿੱਚ ਤਾਂ ਇਹ ਗੱਲ ਹੈ, ਅਸੀਂ ਤਾਂ ਇਹ ਚਾਹੁੰਦੇ ਹਾਂ, ਤੇ ਅੱਗੇ ਭਾਈ ਤੇਰੀ ਮਰਜ਼ੀ ਹੈ, ਤੂੰ ਕਿਸ ਤਰ੍ਹਾਂ ਕਰਨਾ ਚਾਹੁੰਦਾ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਤੇ ਨਾਲ ਪਿਆਰਿਓ ਪ੍ਰਬੰਧਕਾਂ ਵੱਲੋਂ, ਤਖਤ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤਾਂ ਦੇ ਵਾਸਤੇ ਆਲੀਸ਼ਾਨ ਬਹੁਤ ਬਹੁ ਮੰਜ਼ਿਲਾ ਸਰਾਂ ਦੀ ਉਸਾਰੀ ਦਾ ਕੰਮ ਆਰੰਭ ਹੋਣ ਵਾਲਾ ਮਾਤਾ ਗੁਜਰੀ ਜੀ ਕੰਪਲੈਕਸ ਜਿਹਦਾ ਨਾਮ ਹੈ, ਜਿਹਦੇ ਵਿੱਚ ਤਕਰੀਬਨ 650 ਕਮਰੇ ਆਧੁਨਿਕ ਬਹੁਤ, ਜਿਹਦੇ ਵਿੱਚ ਮਾਇਆ ਲਾ ਕਰਕੇ ਬਣਾਏ ਜਾਣਗੇ। ਇੱਕ ਕਮਰੇ ਦੀ ਭੇਟਾ 15 ਲੱਖ ਰੁਪਈਏ ਹੈ, ਤੇ ਇਸ ਬਿਲਡਿੰਗ ਦੀ ਲਾਗਤ 110 ਕਰੋੜ ਦੀ ਲਾਗਤ ਦੇ ਨਾਲ ਇਹ ਸਰਾਂ ਬਣਨ ਵਾਲੀ ਹੈ। ਇਹਦੇ ਨਾਲ ਨਾਲ 40 ਕਰੋੜ ਦੇ ਕਰੀਬ ਮਾਇਆ ਖਰਚ ਕਰਕੇ ਬਹੁਤ ਵੱਡਾ ਆਲੀਸ਼ਾਨ ਸਕੂਲ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਬਣਾਇਆ ਜਾਵੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵਿਕਾਸ ਕਾਰਜ ਦੇ ਵਿੱਚ ਗੁਰੂ ਘਰ ਦੀ ਸੇਵਾਵਾਂ ਵਿੱਚ ਆਪਣੀ ਦਸਵੰਧ ਜਮ੍ਹਾਂ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ ਬੇਅੰਤ ਗੱਲ ਦੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ,
हे पूरन है सर्ब मैं दुख भंजन गुणतास हे संगी हे निरंकार हे निर्गुण सब टेका हे गोबिंद हे गुण निधान जा कै सदा विवेक हे अपरंपर हर हरे है पी होवनहार हे संतां कै सदा संग निधारा आधार हे ठाकुर हों दासरो मैं निर्गुण गुण नहीं कोए नानक दीजै नाम दान राखों हिया परोए आए प्रभ शरणागति कृपा निध दयाल एक अखर हर मन बसत नानक होत निहाल वाहिगुरु नाम जहाज है चढ़े सो उतरै पार जो शरधा कर सेवंदे गुर पार उतारण हार कथा निता प्रत होत है सुनहो सो सिंह सुजान नानक गुरु गोबिंद सिंह जी सदा करै कल्याण नानक गुरु गोबिंद सिंह जी सदा करै कल्याण एक ओंकार सतनाम करता पुरख ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੂ ਵਾਹੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਸੋਜੀ ਪਿਆਰੇ ਗੋਬਿੰਦ ਸਿੰਘ ਜੀ ਸੋਜੀ ਪਿਆਰੇ ਗੋਬਿੰਦ ਸਿੰਘ ਜੀ ਵਾਹੋ ਵਾਹੋ 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 ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ